सत श्री अकाल जी, स्वागत है तुहाडा साडे प्लेटफॉर्म मास्टर क्लासिस पटियाला ते ये साडा मास्टर क्लासिस पटियाला का एक नवा उपराला है मास्टर क्लासिस टीचिंग कोर्सिस। असल च साडा इत्थे मकसद की है कि असी PS टैट मास्टर कैडर NTT लैक्चरार की तैयारी जिहड़ी आ उहनूं सुचੱਜੇ ढंग नाल पंजाबी माध्यम च करिए। मास्टर PS टैट पेपर 2 साइंस मैथ दे असी अज 91 तो लैके 120 तक 2023 के पेपर के सवाल सॉल्व करांगे। बेसिकली 91 तो लैके 120 तक PS टैट 2023 जिहड़े सवाल सी ਉਹ ਸੀ ਸਾਇੰਸ ਨਾਲ ਸੰਬੰਧਿਤ, ਸਾਇੰਸ ਤੇ ਸਾਇੰਸ ਦੀ ਪੈਡਾਗੋਜੀ। ਸੋ ਜ਼ਿਆਦਾ ਸਮਾਂ ਖਰਾਬ ਕਰੇ ਬਿਨਾ ਅਸੀਂ ਸਟਾਰਟ ਕਰਦੇ ਹਾਂ ਸਾਇੰਸ ਦੀ ਪੈਡਾਗੋਜੀ ਨਾਲ ਸਾਇੰਸ ਤੇ ਸਾਇੰਸ ਦੀ ਪੈਡਾਗੋਜੀ ਨਾਲ ਸੰਬੰਧਿਤ 91 ਤੋਂ ਲੈ ਕੇ 120 ਤੱਕ ਸਵਾਲ, ਤਾਂ ਕਿ ਤੁਹਾਨੂੰ ਇਹ ਸਮਝ ਪੈਦਾ ਹੋ ਜਾਏ ਕਿ ਕਿਸ ਤਰੀਕੇ ਨਾਲ ਜੇ ਤੁਸੀਂ ਸਾਡੇ ਨਾਲ ਜੁੜਦੇ ਹੋ ਤਾਂ ਸਾਇੰਸ ਤੇ ਸਾਇੰਸ ਦੀ ਪੈਡਾਗੋਜੀ ਨਾਲ ਸੰਬੰਧਿਤ ਕਿਸ ਤਰੀਕੇ ਨਾਲ ਤੁਸੀਂ ਤਿਆਰੀ ਕਰ ਸਕਦੇ ਹੋ। ਜੇ ਤੁਸੀਂ ਇਸ ਵੀਡੀਓ ਨੂੰ YouTube ਤੇ ਦੇਖ ਰਹੇ ਹੋ ਤਾਂ ਇਹਦੇ ਵੀਡੀਓ ਦੇ ਵਿੱਚ ਥੱਲੇ ਲਿਖੇ ਹੋਏ ਨੰਬਰਸ ਤੇ ਕਾਲ ਕਰਕੇ ਤੁਸੀਂ ਸਾਡੇ ਕੋਰਸ ਬਾਰੇ ਪਤਾ ਕਰ ਸਕਦੇ ਹੋ। ਖੈਰ ਸਟਾਰਟ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਜਿਹੜੇ ਬੱਚੇ ਸਾਡੇ ਨਾਲ ਪੰਜਾਬ ਦੇ ਪੇਪਰਾਂ ਦੀ ਵੈਸੇ ਵੀ ਪੰਜਾਬੀ ਮੀਡੀਅਮ 'ਚ PSSB ਪੰਜਾਬ ਪੁਲਿਸ ਦੀ ਤਿਆਰੀ ਕਰਨਾ ਚਾਹੁੰਦੇ ਆ, IAS PCS ਪੰਜਾਬੀ ਮੀਡੀਅਮ 'ਚ ਕਰਨਾ ਚਾਹੁੰਦੇ ਆ, ਜਾਂ PCS ਪ੍ਰੀ ਤੇ PPSC ਦੇ ਪੇਪਰਾਂ ਦੀ ਤਿਆਰੀ ਕਰਨਾ ਚਾਹੁੰਦੇ ਆ ਇੰਗਲਿਸ਼ ਤੇ ਪੰਜਾਬੀ ਮੀਡੀਅਮ 'ਚ, ਡੈਮੋ ਸਟੱਡੀ ਮਟੀਰੀਅਲ ਮੰਗਵਾਓ, ਠੀਕ ਆ, PDF ਫਾਰਮ 'ਚ, ਤਾਂ ਕਿ ਪਹਿਲਾਂ ਪਤਾ ਲੱਗੇ ਕਿ ਵਾਕਈ ਕੰਟੈਂਟ 'ਚ ਓਰੀਜਨੈਲਿਟੀ ਤੇ ਕੁਆਲਿਟੀ ਕਿੰਨੀ ਹੈ। ਜੇ ਤੁਸੀਂ ਸਾਡੇ ਨਾਲ PS ਟੈਟ ETT ਟੈਟ 2 SST ਟੈਟ 2 ਸਾਇੰਸ ਮੈਥ ਮਾਸਟਰ ਕੈਡਰ ਲੈਕਚਰਾਰ ਤੇ PPSC ਆਹ ਸਾਡੀ ਐਪ ਐਂਡਰੋਇਡ ਤੇ ਆ ਮਾਸਟਰ ਕਲਾਸਿਸ ਪਟਿਆਲਾ, ਆਹ ਲੋਗੋ ਹੋਊਗਾ। ਆਈਫੋਨ ਤੇ ਮਾਈ ਇੰਸਟੀਟਿਊਟ ਤੇ ਉੱਥੇ ਕੋਡ ਮੰਗੂਗਾ MVWO ਜੀ। ਆਹ ਸਾਡਾ ਨੰਬਰ ਆ ਮੇਨ, ਜਿੱਥੇ ਤੁਸੀਂ WhatsApp ਜਾਂ ਕਾਲ ਕਰਕੇ ਪਤਾ ਕਰ ਸਕਦੇ ਹੋ। WhatsApp ਵੀ ਕਰ ਲੋਗੇ ਤੁਹਾਨੂੰ ਰਿਪਲਾਈ ਬੈਕ ਆ ਜਾਊਗਾ। ਸੋ ਸਟਾਰਟ ਕਰਦੇ ਹਾਂ ਜੀ ਆਪਾਂ। ਸਭ ਤੋਂ ਪਹਿਲਾਂ ਕਹਿੰਦੇ 91 ਨੰਬਰ 'ਤੇ ਸਵਾਲ ਆਇਆ ਸੀ ਕਿ ਗੈਪ ਕੀ ਆ, ਠੀਕ ਆ। ਤੁਹਾਨੂੰ ਸ਼ਾਇਦ ਇਸ ਗੱਲ ਦਾ ਨਾ ਪਤਾ ਹੋਵੇ ਕਿ ਰਾਜੀਵ ਗਾਂਧੀ ਦੀ ਸਰਕਾਰ ਦੇ ਵੇਲੇ ਗੰਗਾ ਐਕਸ਼ਨ ਪਲਾਨ ਆਇਆ ਸੀਗਾ। ਗੰਗਾ ਐਕਸ਼ਨ ਪਲਾਨ ਬੇਸਿਕਲੀ ਕੀ ਸੀ? ਗੰਗਾ ਅਤੇ ਗੰਗਾ ਵਰਗੀਆਂ ਹੋਰ ਨਦੀਆਂ ਨੂੰ ਸਾਫ਼ ਕਰਨ ਦਾ ਉਪਰਾਲਾ। ਇਸੇ ਪਲਾਨ ਦੇ ਤਹਿਤ ਨੈਸ਼ਨਲ ਰਿਵਰ ਗੰਗਾ ਬੇਸਿਨ ਅਥਾਰਟੀ ਬਣਦੀ ਆ। ਫਿਰ ਇਹਨੂੰ ਭੰਗ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੰਗਾ ਕੌਂਸਲ ਬਣਾਉਂਦੇ ਆ, ਗੰਗਾ ਪਰਿਸ਼ਦ, ਰਾਸ਼ਟਰੀ ਗੰਗਾ ਪਰਿਸ਼ਦ। ਚਾਹੇ ਉਹ ਨੈਸ਼ਨਲ ਰਿਵਰ ਗੰਗਾ ਬੇਸਿਨ ਅਥਾਰਟੀ ਹੋਵੇ, ਚਾਹੇ ਉਹ ਨੈਸ਼ਨਲ ਗੰਗਾ ਕੌਂਸਲ ਹੋਵੇ, ਮੁਖੀ ਉਹਨਾਂ ਦੇ ਪ੍ਰਧਾਨ ਮੰਤਰੀ ਹੀ ਹੋਣਗੇ, ਜਿਹੜਾ ਵੀ ਮੌਕੇ ਦਾ ਪ੍ਰਧਾਨ ਮੰਤਰੀ ਆ। ਇਹ ਸਭ ਕੁਛ ਗੰਗਾ ਐਕਸ਼ਨ ਪਲਾਨ 'ਚ ਆਪਾਂ ਪੜ੍ਹਦੇ ਹਾਂ। ਇਹ ਇਨਵਾਇਰਮੈਂਟ ਸਾਇੰਸ ਦੇ ਵਿੱਚ ਜਦੋਂ ਅਸੀਂ ਇਨਵਾਇਰਮੈਂਟ ਪੜ੍ਹਦੇ ਹਾਂ ਨਾ, ਅਤੇ ਜੇ ਕੋਈ ਮੈਨੂੰ ਪੁੱਛੇ PS ਟੈਟ ਦੀ ਤਿਆਰੀ ਕਰਨ ਵਾਲਾ, ਸਰ ਇਹਦੇ ਵਾਸਤੇ ਮੈਂ ਕਿਹੜੀ ਕਲਾਸ 'ਚ ਜਾ ਕੇ ਸਹੀ ਇਸ ਚੀਜ਼ ਨੂੰ ਸਮਝ ਪਾਉਣਾ, ਜਿਹੜੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲ ਪੜ੍ਹੇ ਹੋਏ ਬੱਚੇ ਆ ਉਹ 11ਵੀਂ ਕਲਾਸ ਦੇ ਵਾਤਾਵਰਨ ਇਨਵਾਇਰਮੈਂਟ 'ਚ ਸਮਝਦੇ ਆ ਜਾ ਕੇ। ਸਾਇੰਸ ਦੇ ਵਿੱਚ 9ਵੀਂ 10ਵੀਂ ਦੀ ਸਾਇੰਸ ਦੀ ਕਿਤਾਬ 'ਚ ਆ ਜਾਂਦਾ ਹੈ, ਠੀਕ ਆ। ਨੈਸ਼ਨਲ ਗੰਗਾ ਐਕਸ਼ਨ ਪਲਾਨ ਕੀ ਹੁੰਦਾ ਹੈ, ਅੱਗੇ ਆ ਜਾਓ ਜੀ। ਕਹਿੰਦੇ ਭੋਜਨ ਲੜੀ ਦੇ ਵਿੱਚ, ਦੇਖੋ ਅਸਲ ਦੇ ਵਿੱਚ ਭੋਜਨ ਲੜੀ ਫੂਡ ਚੇਨ ਅਤੇ ਫੂਡ ਵੈੱਬ ਸਮਝਾ ਦਿੰਦਾ, ਪਰ ਇਹ ਕੁਐਸਚਨ ਕਿਸੇ ਟੈਕਨੀਕਲ ਕਾਰਨ ਕਰਕੇ ਕੈਂਸਲ ਹੋ ਗਿਆ ਸੀ। ਅਤੇ ਤੁਸੀਂ ਫੂਡ ਚੇਨ ਅਤੇ ਫੂਡ ਵੈੱਬ ਵਾਲਿਆਂ ਨੂੰ ਪਤਾ ਹੀ ਹੈ ਕਿ ਇਹ ਕੁਐਸਚਨ ਕੈਂਸਲ ਕਿਉਂ ਹੋਇਆ ਹੋਊਗਾ, ਤੁਸੀਂ ਆਪਸ਼ਨਸ ਦੇਖ ਲਿਓ। ਸੋ ਫੂਡ ਚੇਨ ਭੋਜਨ ਲੜੀ, ਜਿਵੇਂ ਘਾਹ ਨੂੰ ਖਾਣ ਵਾਲਾ ਘੋੜਾ ਹੋ ਗਿਆ ਜਿਹਨੂੰ ਅਸੀਂ ਗਰਾਸ ਹੋਪਰ ਕਹਿ ਦਿੰਦੇ ਹਾਂ, ਫਰੋਗ, ਉਹਨੂੰ ਜਦੋਂ ਇਸ ਲੜੀ 'ਚ ਚੱਲੀਏ ਤਾਂ ਇਹਨੂੰ ਅਸੀਂ ਫੂਡ ਚੇਨ ਕਹਿੰਦੇ ਹਾਂ। ਅਤੇ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਜਦੋਂ ਆਪਾਂ ਡਿਟੇਲ 'ਚ ਪੜ੍ਹਦੇ ਹਾਂ ਕਿ ਜਦੋਂ ਆਪਾਂ ਇੱਕ ਪੱਧਰ ਤੋਂ ਦੂਜੇ ਪੱਧਰ 'ਤੇ ਜਾਂਦੇ ਹਾਂ ਤਾਂ ਬੰਦੇ ਦੇ ਅੰਦਰੋਂ ਕਾਰਬਨ ਕੰਟੈਂਟ ਘਟਦਾ ਹੈ ਅਤੇ 10% ਦਾ ਊਰਜਾ ਦਾ ਰੂਲ ਲੱਗਦਾ, 10% ਰੂਲ, ਕਿ ਉੱਪਰ ਇੱਕ ਤੋਂ ਇੱਕ ਜਾਣਾ, ਜਦੋਂ ਇੱਕ ਟਰੋਫਿਕ ਲੈਵਲ 'ਤੇ ਇੱਕ ਪੱਧਰ 'ਤੇ ਬੈਠਾ ਹੋਇਆ ਬੰਦਾ ਦੂਜੇ ਪੱਧਰ ਹੇਠਲੇ ਪੱਧਰ ਵਾਲੇ ਨੂੰ ਖਾਂਦਾ ਹੈ ਤਾਂ ਉਹਦੇ ਤੱਕ ਊਰਜਾ ਜਿਹੜੀ ਆ ਸਿਰਫ 10% ਹੀ ਬਦਲ ਕੇ ਉਹਦੇ ਤੱਕ ਪਹੁੰਚਦੀ ਹੈ। ਸੋ ਦਿਸ ਇਜ਼ ਫੂਡ ਚੇਨ। ਅਤੇ ਜਦੋਂ ਆਪਾਂ ਕਹਿ ਦਈਏ ਯਾਰ ਨਹੀਂ ਇਹਨੂੰ ਤਾਂ ਆ ਵੀ ਖਾ ਸਕਦਾ ਹੈ, ਇਹਨੂੰ ਆ ਵੀ ਖਾ ਸਕਦਾ ਹੈ, ਇਹਨੂੰ ਆ ਵੀ ਖਾ ਸਕਦਾ, ਇਹਨੂੰ ਆ ਵੀ ਖਾ ਸਕਦਾ ਹੈ, ਜਦੋਂ ਅਸੀਂ ਖਿਚੜੀ ਪਕਾ ਦਈਏ ਫਿਰ ਉਹ ਫੂਡ ਵੈੱਬ ਬਣ ਜਾਂਦਾ ਹੈ। ਦੇਖੋ ਕੁਐਸਚਨ ਤਾਂ ਨਹੀਂ ਸੀ ਆਪਾਂ ਡਿਸਕਸ ਕਰ ਸਕਦੇ ਕਿਉਂਕਿ ਗਲਤ ਸੀ, ਪਰ ਆਪਾਂ ਫੂਡ ਚੇਨ ਅਤੇ ਫੂਡ ਵੈੱਬ ਐਨਰਜੀ ਰੂਲ ਜ਼ਰੂਰ ਡਿਸਕਸ ਕਰ ਲਿਆ। ਕਹਿੰਦੇ ਕਿਹੜੀ ਰਸਾਇਣਿਕ ਕਿਰਿਆ ਹੈ ਜਦੋਂ ਬਿਜਲੀ ਨੂੰ ਪਾਣੀ 'ਚੋਂ ਕੱਢਿਆ ਜਾਂਦਾ ਹੈ? ਬਿਜਲੀ ਨੂੰ ਪਾਣੀ 'ਚੋਂ ਕੱਢਣ ਦਾ ਮਤਲਬ ਤੁਸੀਂ ਸਾਰੇ ਜਾਣਦੇ ਹੋ ਕਿ ਪਾਣੀ ਦੀ ਬੇਸਿਕਲੀ ਇਹ ਇਲੈਕਟ੍ਰੋਲਾਈਸਿਸ ਜਦੋਂ ਆਪਾਂ ਕਰਦੇ ਹਾਂ ਤਾਂ ਇਹਨੂੰ ਆਪਾਂ ਕਹਿ ਦਿੰਦੇ ਹਾਂ ਡੀਕੰਪੋਜ਼, ਪਾਣੀ ਦਾ ਟੁੱਟਣਾ, ਵਿਖਿੰਡਿਤ ਹੋ ਜਾਣਾ। ਸੋ ਇਹ ਡੀਕੰਪੋਜ਼, ਵਿਖਿੰਡਿਤ ਕਿਰਿਆ, ਡੀਕੰਪੋਜੀਸ਼ਨ ਰਿਐਕਸ਼ਨ ਜਿਹੜੀ ਆ ਉਹ ਹੁੰਦੀ ਇਹਦੇ 'ਚ। ਅਤੇ ਕੋਈ ਬਹੁਤ ਵੱਡਾ ਸਵਾਲ ਔਖਾ ਹੈ ਵੀ ਨਹੀਂ ਸੀ, 9ਵੀਂ ਕਲਾਸ 'ਚ ਆਪਾਂ ਇਸ ਨੂੰ ਸਾਇੰਸ 'ਚ ਪੜ੍ਹਦੇ ਹਾਂ। ਕਹਿੰਦੇ ਉਹ ਵਿਗਿਆਨਿਕ ਤਰੀਕਾ ਜਿਹਦੇ ਨਾਲ ਕਿਸੇ ਵੀ ਫਸਲ ਨੂੰ ਕੁਛ
ਤੱਤਾਂ ਦੇ ਨਾਲ ਭਰਪੂਰ ਕਰ ਦਿੱਤਾ ਜਾਂਦਾ ਹੈ। ਤੁਹਾਨੂੰ ਵੀ ਪਤਾ ਕਿ ਅੱਜ ਕੱਲ੍ਹ ਜੇ ਸਪੋਜ਼ ਕਰੋ ਅੱਜ ਕੱਲ੍ਹ ਨਾ ਜਿਹੜਾ ਆਟਾ ਆ ਰਿਹਾ ਹੈ ਉਸ ਆਟੇ 'ਚ ਸਰਕਾਰ ਦੀ ਕੋਸ਼ਿਸ਼ ਆ ਕਿ ਬਾਇਓ ਫੋਰਟੀਫਿਕੇਸ਼ਨ ਕਰ ਦਿੱਤੀ ਜਾਵੇ। ਬਾਇਓ ਫੋਰਟੀਫਿਕੇਸ਼ਨ ਇੱਕ ਅਜਿਹੀ ਕਿਰਿਆ ਹੈ ਜਿਹਦੇ ਨਾਲ ਤੁਸੀਂ ਕਿਸੇ ਵੀ ਇੱਕ ਫਸਲ ਦੇ ਵਿੱਚ ਨਿਊਟਰੀਐਂਟਸ ਨੂੰ ਬਾਇਓਲੋਜੀਕਲੀ ਉਹਦੇ ਅੰਦਰ ਮਿਕਸ ਕਰਕੇ ਐਡ ਕਰਕੇ ਉਹਨੂੰ ਉਹਦੇ 'ਚ ਉਹ ਵੀ ਤੱਤ ਪਾ ਸਕਦੇ ਹੋ ਜਿਹੜੇ ਉਹਦੇ 'ਚ ਘੱਟ ਨੇ। ਉਦਾਹਰਨ ਦੇ ਤੌਰ 'ਤੇ ਸਾਨੂੰ ਪਤਾ ਹੈ ਕਿ ਅਸੀਂ ਲੋਕਾਂ ਨੂੰ ਕਣਕ ਦੇਣੀ ਹੈ ਅਤੇ ਕਣਕ 'ਚ ਪ੍ਰੋਟੀਨ ਘੱਟ ਹੁੰਦਾ ਹੈ ਅਤੇ ਅਸੀਂ ਦਾਲਾਂ ਦੂਲਾਂ ਦੇਣ 'ਚ ਕਈ ਵਾਰੀ ਵਾਂਝੇ ਰਹਿ ਜਾਂਦੇ ਹਾਂ, ਨਹੀਂ ਦੇ ਪਾਉਂਦੇ। ਤਾਂ ਕਿਉਂ ਨਾ ਆਪਾਂ ਐਵੇਂ ਦੀ ਕਣਕ ਪੈਦਾ ਕਰੀਏ ਬਾਇਓ ਫੋਰਟੀਫਿਕੇਸ਼ਨ ਕਰਕੇ, ਇੱਕ ਕੈਮੀਕਲ ਰਿਐਕਸ਼ਨ ਕਰਕੇ, ਇੱਕ ਰਸਾਇਣਿਕ ਪ੍ਰਕਿਰਿਆ ਕਰਕੇ ਬਾਇਓਲੋਜੀਕਲ ਤਰੀਕੇ ਨਾਲ ਕਿ ਉਸ ਕਣਕ ਦੇ ਵਿੱਚ ਤੱਤ ਪ੍ਰੋਟੀਨ ਦੇ ਵੀ ਪਾ ਦਈਏ। ਸੋ ਉਹਨੂੰ ਬਾਇਓ ਫੋਰਟੀਫਿਕੇਸ਼ਨ ਕਹਿੰਦੇ ਆ। ਸੋ ਇਹ ਬੜਾ ਇੰਪੋਰਟੈਂਟ ਕੰਸੈਪਟ ਆ ਆਈ ਥਿੰਕ। ਵੈਸੇ ਤਾਂ ਦੇਖੋ ਬਾਇਓ ਫੋਰਟੀਫਿਕੇਸ਼ਨ +1 ਦੇ ਵਿੱਚ ਜਾ ਕੇ ਕਲੀਅਰ ਹੁੰਦਾ ਹੈ, ਪਰ 9ਵੀਂ 'ਚ ਵੀ ਮਾੜੀ ਗੱਲਾਂ 9ਵੀਂ ਕਲਾਸ ਦੀ ਸਾਇੰਸ ਦੀ ਕਿਤਾਬ 'ਚ ਆ ਜਾਂਦੀਆਂ ਇਹਦੀਆਂ ਬਾਇਓ ਫੋਰਟੀਫਿਕੇਸ਼ਨ ਦੀਆਂ। 8ਵੀਂ ਕਲਾਸ ਦੀ ਕਿਤਾਬ 'ਚ ਸੌਰੀ ਸਾਇੰਸ ਦੀ ਕਿਤਾਬ 'ਚ ਆ ਜਾਓ ਅੱਗੇ ਜਸਟ। ਅਤੇ ਜਿੰਨਾ ਕੁ ਆਇਆ ਉਹਨਾਂ ਕੁ ਪੁੱਛ ਲਿਆ ਉਹਨੇ। ਸੋਮੈਟਿਕ ਹਾਈਬ੍ਰਿਡਾਈਜੇਸ਼ਨ, ਤੁਹਾਨੂੰ ਪਤਾ ਕਿ ਜਦੋਂ ਵੱਖੋ ਵੱਖ ਅਸੀਂ ਜਿਹੜੇ ਉਹ ਪ੍ਰਜਾਤੀਆਂ ਲੈਂਦੇ ਹਾਂ ਉਹਨਾਂ ਦੇ ਜਿਹੜੇ ਅਸੀਂ ਸੈਲਸ ਦੇ ਵਿੱਚੋਂ ਪ੍ਰੋਟੋਪਲਾਸਟ ਕੱਢ ਕੇ ਉਹਨਾਂ ਨੂੰ ਆਪਸ ਦੇ ਵਿੱਚ ਫਿਊਜ਼ ਕਰਕੇ ਨਵੀਂ ਕੋਈ ਸਪੀਸ਼ੀਜ਼ ਪੈਦਾ ਕਰਦੇ ਆ, ਉਹਨੂੰ ਆਪਾਂ ਕਹਿੰਦੇ ਹਾਂ ਸੋਮੈਟਿਕ ਹਾਈਬ੍ਰਿਡਾਈਜੇਸ਼ਨ। ਅਤੇ ਇਹਦੇ 'ਚ ਜਿਹੜੀ ਨਵੀਂ ਸਪੀਸ਼ੀਜ਼ ਪੈਦਾ ਹੁੰਦੀ ਆ ਉਹ ਮਤਲਬ ਕਿ ਦੋਵਾਂ ਪੇਰੈਂਟਸ ਤੋਂ ਜਿਹੜੀ ਦੋਵਾਂ ਤੋਂ ਆਈ ਹੁੰਦੀ ਆ ਉਹਦੇ ਲੱਛਣ ਦੋਵਾਂ ਦੇ ਉਹਦੇ 'ਚ ਆ ਜਾਂਦੇ ਆ। ਕਹਿੰਦਾ ਸੇਮ ਗਲਤ, ਕਹਿੰਦਾ ਕਿ ਡਿਫਰੈਂਟ ਬਿਲਕੁਲ ਸਹੀ ਆ ਕਿ ਵੱਖੋ ਵੱਖ। ਤਾਂ ਹਾਈਬ੍ਰਿਡ ਪ੍ਰੋਟੋਪਲਾਸਟ ਜਿਹੜਾ ਹੈ ਉਹਦੇ 'ਚ ਸਿਰਫ ਇੱਕ ਦੇ ਨਹੀਂ ਦੋਵਾਂ ਦੇ। ਸੋ ਜੇ ਆਪਾਂ ਨੂੰ ਬਾਹਲਾ ਟੈਕਨੀਕਲ ਨਾ ਵੀ ਜਾਈਏ ਆਪਾਂ ਸੋਮੈਟਿਕ ਹਾਈਬ੍ਰਿਡੇਸ਼ਨ ਜੇ ਮੈਂ ਪੜ੍ਹਾਉਣ ਲੱਗ ਪਿਆ ਤਾਂ ਇਹਦੇ 'ਚ ਸੈਲਸ ਦੀ ਸੈਲੂਲਸ ਦੇ ਨਾਲ ਜਿਹੜੀ ਉਹ ਆ ਟਰੀਟਮੈਂਟ ਆ ਉਹ ਮੈਂਡੇਟਰੀ ਕਿਉਂ ਆ ਇਹ ਡਿਟੇਲ 'ਚ ਆਊਗਾ। ਬਟ ਮੋਟੇ ਤੌਰ 'ਤੇ ਆਪਾਂ ਨੂੰ ਪਤਾ ਲੱਗ ਗਿਆ ਨਾ 4 ਆਨਸਰ ਬਣ ਰਿਹਾ ਨਾ 1 ਆਨਸਰ ਬਣ ਰਿਹਾ। ਇੱਕ ਇਹਦੇ 'ਚ ਵੀ ਆਉਂਦਾ ਕੱਢ ਦਿਓ ਬਾਹਰ, ਇੱਕ ਇਹਦੇ 'ਚ ਵੀ ਆਉਂਦਾ ਕੱਢ ਦਿਓ ਬਾਹਰ, 4 ਇਹਦੇ 'ਚ ਵੀ ਆਉਂਦਾ ਬਾਹਰ ਕੱਢ ਦਿਓ, 2 ਅਤੇ 3 ਆਨਸਰ। ਸੋਮੈਟਿਕ ਹਾਈਬ੍ਰਿਡਾਈਜੇਸ਼ਨ ਜਿਹੜੀ ਆ ਜਸਟ ਵੈਸੇ ਤਾਂ ਥੋੜ੍ਹਾ ਡਿਟੇਲ 'ਚ ਆ ਜਾਂਦਾ ਟੌਪਿਕ, ਪਰ ਫਿਰ ਵੀ ਮੋਟੇ ਤੌਰ 'ਤੇ ਆਪਾਂ ਇਹਨੂੰ 9th ਕਲਾਸ ਦੀ ਸਾਇੰਸ ਦੀ ਕਿਤਾਬ 'ਚ ਇੱਕ ਪੱਧਰ 'ਤੇ ਅੰਡਰਸਟੈਂਡ ਕਰਦੇ ਹਾਂ ਜਦੋਂ ਅਸੀਂ ਬਾਇਓਲੋਜੀ ਪੜ੍ਹਦੇ ਹਾਂ। ਆ ਜਾਓ ਅਗਲਾ ਸਵਾਲ ਆ ਗਿਆ ਚਿਪਕੋ ਅੰਦੋਲਨ। ਤੁਹਾਨੂੰ ਪਤਾ 1973 ਦੇ ਅਰਾਊਂਡ ਉੱਤਰਾਖੰਡ ਦੇ ਇਲਾਕੇ ਦੇ ਵਿੱਚ ਨਾ ਸੁੰਦਰ ਲਾਲ ਬਹੁਗੁਣਾ ਨੇ ਇੱਕ ਅੰਦੋਲਨ ਚਲਾਇਆ ਸੀ ਅਤੇ ਲੋਕਾਂ ਨੂੰ ਸਪੈਸ਼ਲੀ ਔਰਤਾਂ ਨੂੰ ਪ੍ਰੇਰਿਤ ਕੀਤਾ ਸੀ ਕਿ ਉਹ ਮਤਲਬ ਕਿ ਰੁੱਖਾਂ ਨਾਲ ਚਿਪਕ ਜਾਣ। ਸੋ ਉਸ ਅੰਦੋਲਨ ਨੂੰ ਜੰਗਲਾਂ ਦੇ ਬਚਾਉਣ ਦੀ ਗੱਲ ਹੋਈ ਸੀ ਚਿਪਕੋ ਅੰਦੋਲਨ 'ਚ। ਚਿਪਕੋ ਅੰਦੋਲਨ 1973 ਦੇ ਅਰਾਊਂਡ ਉੱਤਰਾਖੰਡ ਦੇ ਵਿੱਚ ਜੰਗਲਾਂ ਦੀ ਰਾਖੀ ਵਾਸਤੇ ਸ਼ੁਰੂ ਕੀਤਾ ਸੀ ਅਤੇ ਇਹਦੇ 'ਚ ਨਾਇਕ ਸੀਗੇ ਆਪਣਾ ਸੁੰਦਰ ਲਾਲ ਬਹੁਗੁਣਾ, ਜਿਨ੍ਹਾਂ ਨੇ ਇੱਕ ਬਿਆਨ ਦਿੱਤਾ ਸੀ ਇਕੋਲੋਜੀ ਇਜ਼ ਦੀ ਪਰਮਾਨੈਂਟ ਇਕੋਨਮੀ, ਕਿ ਭਾਵ ਕਿ ਸਾਡੀ ਜਿਹੜੀ ਪ੍ਰਤੀਸਥਿਤਕੀ ਆ ਉਹੀ ਸਾਡੀ ਅਸਲੀ ਅਤੇ ਸਥਿਰ ਅਰਥ ਵਿਵਸਥਾ ਹੈ, ਇਸ ਤੋਂ ਬਿਨਾਂ ਦੁਨੀਆ 'ਚ ਕੁਛ ਵੀ ਚੱਜਦਾ ਨਹੀਂ ਹੈਗਾ। ਸੋ ਇਹ ਗੱਲ ਬਹੁਤ ਇੰਪੋਰਟੈਂਟ ਆ। ਨੈਕਸਟ ਉਸ ਤੋਂ ਬਾਅਦ ਆ ਗਿਆ ਕਹਿੰਦੇ ਅਸੀਂ ਸਾਈਕਲਸ ਪੜ੍ਹਦੇ ਹਾਂ ਬਾਇਓਕੈਮੀਕਲ ਸਾਈਕਲਸ। ਆਕਸੀਜਨ ਆਪਾਂ ਕਾਰਬਨ ਸਾਈਕਲ ਪੜ੍ਹਦੇ ਹਾਂ, ਆਪਾਂ ਉਸ ਤੋਂ ਬਾਅਦ ਸਲਫਰ ਸਾਈਕਲ ਪੜ੍ਹਦੇ ਹਾਂ, ਨਾਈਟ੍ਰੋਜਨ ਸਾਈਕਲ ਪੜ੍ਹਦੇ ਹਾਂ। ਕਹਿੰਦੇ ਇਹ ਜਿੰਨੇ ਵੀ ਸਾਈਕਲ ਅਸੀਂ ਵਾਟਰ ਸਾਈਕਲ ਪੜ੍ਹਦੇ ਹਾਂ, ਠੀਕ ਆ, ਵਾਟਰ ਸਾਈਕਲ 'ਚ ਅਸੀਂ ਕਾਰਬਨ ਸਾਈਕਲ 'ਚ ਪੜ੍ਹਦੇ ਹਾਂ ਕਿ ਅਸੀਂ ਜਿਹੜੀ ਕਾਰਬਨ ਡਾਈਆਕਸਾਈਡ ਦਿੰਦੇ ਹਾਂ ਸਾਹ ਦੀ ਪ੍ਰਣਾਲੀ ਨਾਲ ਉਹ ਜਾਂਦੀ ਆਉਂਦੀ ਆ। ਵਾਟਰ ਸਾਈਕਲ 'ਚ ਵੀ ਅਸੀਂ ਪੜ੍ਹਦੇ ਹਾਂ ਸਾਰਾ ਕਹਾਣੀ। ਅਸੀਂ ਕਹਿੰਦੇ ਇਹਨਾਂ 'ਚੋਂ ਕਿਹੜੀ ਮਤਲਬ ਕਿ ਕਿਹੜਾ ਕੈਮੀਕਲ ਸਾਈਕਲ ਆ ਜਿਹਦੇ 'ਚ ਰੈਸਪੀਰੇਸ਼ਨ ਦਾ ਕੋਈ ਲੋਸ ਨਹੀਂ ਹੈਗਾ, ਸਾਹ ਦਾ ਕੋਈ ਰੋਲ ਨਹੀਂ ਹੈਗਾ। ਸੋ ਅਜਿਹਾ ਕਿਹੜਾ ਚੱਕਰ ਆ ਜਿਹ 'ਚ ਸਾਹ ਕਿਰਿਆ ਦਾ ਕੋਈ ਰੋਲ ਨਹੀਂ ਹੁੰਦਾ। ਤੁਸੀਂ ਸਾਹ ਕਿਰਿਆ ਦਾ ਰੋਲ ਜੇ ਤੁਸੀਂ ਮੇਰੇ ਕੋਲ ਵਾਕਈ ਨਿਊਟਰੀਐਂਟ ਸਾਈਕਲ ਕਦੀ ਪੜ੍ਹੇ ਆ, ਮੇਰੇ ਆਪਣੀ YouTube 'ਤੇ ਵੀਡੀਓ ਵੀ ਪਈ ਹੋਈ ਆ, ਇਹ ਤਾਂ ਆਪਣਾ ਟੀਚਿੰਗ ਕੋਰਸਿਸ ਵਾਲਾ ਚੈਨਲ ਆ, ਮਾਸਟਰ ਕਲਾਸਿਸ ਪਟਿਆਲਾ ਦੇ ਦੂਸਰੇ ਚੈਨਲ 'ਤੇ ਨਿਊਟਰੀਐਂਟ ਸਾਈਕਲਸ 'ਚ ਮੈਂ ਸਮਝਾਇਆ ਹੋਇਆ ਕਿ ਸਾਹ ਕਿਰਿਆ ਭਾਵ ਕਿ ਆਪਣੇ ਰੈਸਪੀਰੇਸ਼ਨ ਦੀ ਦਾ ਰੋਲ ਕੋਈ ਨਹੀਂ ਹੁੰਦਾ। ਜਦੋਂ ਅਸੀਂ ਭਾਵੇਂ ਤੁਸੀਂ ਮੇਰੇ ਤੋਂ ਨਾਈਟ੍ਰੋਜਨ ਸਾਈਕਲ ਪੜ੍ਹ ਲਓ, ਚਾਹੇ ਸਲਫਰ ਸਾਈਕਲ ਪੜ੍ਹ ਲਓ, ਚਾਹੇ ਫੋਸਫੋਰਸ, ਇਹਦਾ ਰੋਲ ਹੁੰਦਾ ਹੈ ਜਦੋਂ ਅਸੀਂ ਕਾਰਬਨ ਸਾਈਕਲ ਪੜ੍ਹਨਾ ਹੁੰਦਾ ਹੈ। ਉੱਥੇ ਆਪਾਂ ਨੂੰ ਪਤਾ ਹੈ ਕਿ ਅਸੀਂ ਸਾਹ ਲੈ ਕੇ ਆਪਣੀ ਕਾਰਬਨ ਡਾਈਆਕਸਾਈਡ ਕੱਢਦੇ ਹਾਂ ਅਤੇ ਇਹਨੂੰ ਆਕਸੀਜਨ ਇਨਟੇਕ ਕਰਦੇ ਹਾਂ, ਅੰਦਰ ਲੈਂਦੇ ਹਾਂ। ਸੋ ਰੈਸਪੀਰੇਸ਼ਨ ਦਾ ਰੋਲ ਸਾਡੇ ਕਾਰਬਨ ਸਾਈਕਲ 'ਚ ਤਾਂ ਮੰਨਿਆ ਕਿ ਆਉਂਦਾ ਹੈ, ਪਰ ਇਹਨਾਂ ਸਾਈਕਲਾਂ 'ਚ ਤਾਂ ਕਿਸੇ 'ਚ ਵੀ ਨਹੀਂ ਆਉਂਦਾ। ਸੋ ਇਹ ਚੀਜ਼ ਆਪਾਂ ਡਿਟੇਲ 'ਚ ਪੜ੍ਹਦੇ ਹਾਂ ਕਿ ਰੈਸਪੀਰੇਸ਼ਨ ਮਤਲਬ ਹੁੰਦਾ ਸਾਹ ਦਾ ਅੰਦਰ ਬਾਹਰ ਜਾਣਾ, ਅਤੇ ਜਿਹੜੇ ਸਾਈਕਲ 'ਚ ਇਹਦਾ ਕੋਈ ਰੋਲ ਹੀ ਨਹੀਂ, ਫੋਸਫੋਰਸ, ਨਾਈਟ੍ਰੋਜਨ। ਅਤੇ ਹੁਣ ਮੈਂ ਇੱਥੇ ਇਹ ਸਾਰੇ ਸਾਈਕਲ ਸਮਝਾਉਣੋਂ ਤਾਂ ਰਿਹਾ
ਕੋਰਸ ਦੇ ਵਿੱਚ ਤਾਂ ਇੱਕ ਵੱਖਰੀ ਗੱਲ ਆ ਕਿ ਆਪਾਂ ਨੂੰ ਸਾਰੇ ਸਾਈਕਲ ਪੜ੍ਹਨੇ ਚਾਹੀਦੇ ਆ ਤੇ ਪਿਓਰ ਪੰਜਾਬੀ 'ਚ ਆਪਾਂ ਪੜ੍ਹਦੇ ਵੀ ਆ, ਬਟ ਫਿਲਹਾਲ ਦੀ ਘੜੀ ਇੱਥੇ ਤੁਹਾਨੂੰ ਇੱਕ ਕਨਸੈਪਟ ਕਲੀਅਰ ਹੋ ਗਿਆ। ਅੱਗੇ ਆ ਜਾਓ ਜੀ ਅਗਲੇ ਸਵਾਲ ਤੇ। ਕਹਿੰਦਾ ਜੇਕਰ ਜਿਸ ਚੀਜ਼ ਨੇ ਪੈਦਾ ਕੀਤੇ ਆ ਕਾਰਬਨ ਐਟਮ, ਉਹਨੇ 3 ਪ੍ਰਜਾਤੀਆਂ ਚੋਂ ਪਾਸ ਕਰਤੇ, ਤਾਂ ਤੁਸੀਂ ਕਿਸ ਪੱਧਰ ਤੇ ਜਿਹੜਾ ਉਹ ਆ, ਤਾਂ ਜਿਹਨੂੰ ਆਪਾਂ ਟ੍ਰੋਪਿਕ ਲੈਵਲ ਕਹਿ ਦਿੰਦੇ ਆ, ਠੀਕ ਆ, ਖੰਡੀ ਪੱਧਰ ਕਹਿ ਦਿੰਦੇ ਆ, ਕਿਸ ਟ੍ਰੋਫਿਕ ਲੈਵਲ ਤੇ ਹੋਵੋਗੇ। ਦੇਖੋ ਸਭ ਤੋਂ ਪਹਿਲਾਂ ਸਪੋਜ਼ ਕਰੋ ਪਹਿਲਾ ਇੱਕ ਘਾਹ ਸੀਗਾ, ਘਾਹ ਨੇ ਆਪਣੇ 'ਚ ਕਾਰਬਨ ਪੈਦਾ ਕੀਤੀ ਜਾਂ ਕੁਛ ਵੀ ਕਾਰਬਨ ਐਟਮ ਉਹਦੇ 'ਚ ਹੈਗੇ ਆ, ਇਹਦੇ ਤੋਂ ਪਹਿਲੀ ਸਪੀਸ਼ੀਜ਼ ਤੇ ਗਏ, ਫਿਰ ਇਸ ਤੋਂ ਬਾਅਦ ਕਹਿੰਦਾ ਦੂਜੀ ਸਪੀਸ਼ੀਜ਼ ਤੇ, ਦੂਜੀ ਪ੍ਰਜਾਤੀ ਤੇ ਤੀਜੀ ਪ੍ਰਜਾਤੀ ਤੇ। ਤੁਸੀਂ ਕਿਹੜੇ ਟ੍ਰੋਫਿਕ ਲੈਵਲ ਤੇ ਹੋ? ਤੁਹਾਨੂੰ ਸਭ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਹਨੂੰ ਕਿਹਾ ਜਾਂਦਾ ਹੈ ਪ੍ਰੋਡਿਊਸਰ, ਉਤਪਾਦਕ। ਇਹਨੂੰ ਕਿਹਾ ਜਾਂਦਾ ਪ੍ਰਾਇਮਰੀ ਕੰਜ਼ਿਊਮਰ। ਪ੍ਰਾਇਮਰੀ ਕੰਜ਼ਿਊਮਰ ਦਾ ਮਤਲਬ ਹੁੰਦਾ ਪਹਿਲੇ ਦਰਜੇ ਦਾ ਖਪਤਕਾਰ, ਦੂਜੇ ਦਰਜੇ ਦਾ ਖਪਤਕਾਰ ਸੈਕੰਡਰੀ ਕੰਜ਼ਿਊਮਰ, ਤੀਜੇ ਪੱਧਰ ਦਾ ਖਪਤਕਾਰ ਟਰਸ਼ਰੀ ਕੰਜ਼ਿਊਮਰ। ਸੋ ਜੇ ਉਹ 3 ਸਟੇਜਾਂ ਟੱਪ ਗਿਆ, ਪਹਿਲੀ ਸਟੇਜ, ਦੂਜੀ ਸਟੇਜ, ਤੀਜੀ ਸਟੇਜ, ਤਾਂ ਤੀਜੀ ਸਟੇਜ ਟੱਪ ਕੇ ਉਹ ਟ੍ਰੋਫਿਕ ਲੈਵਲ ਦੀ ਚੌਥੀ ਸਟੈਪ ਤੇ ਪਹੁੰਚ ਜਾਊਗਾ। ਚੌਥੇ ਸਟੈਪ ਵਾਲੇ ਨੂੰ ਕਹਿੰਦੇ ਆ ਟਰਸ਼ਰੀ ਕੰਜ਼ਿਊਮਰ, ਤੀਜੇ ਪੱਧਰ ਦਾ ਖਪਤਕਾਰ, ਕਿਉਂਕਿ ਆਹ ਪ੍ਰੋਡਿਊਸਰ ਉਤਪਾਦਕ ਹੁੰਦਾ ਹੈ, ਆ ਪਹਿਲੇ ਪੱਧਰ ਦਾ ਖਪਤਕਾਰ ਜਿਹਨੇ ਪਹਿਲਾਂ ਖਾਦਾ, ਆ ਦੂਜੇ ਪੱਧਰ ਦਾ। ਤੇ ਹਰ ਇੱਕ ਸਟੈਪ ਤੇ 90% એનર્ਜੀ ਘਟਦੀ ਜਾਂਦੀ ਹੈ ਤੇ 10% ਰਹਿ ਜਾਂਦੀ ਹੈ। ਕਹਿੰਦਾ ਜੇਕਰ ਉਹਨੇ 3 ਪ੍ਰਜਾਤੀਆਂ ਟੱਪ ਲੀਆਂ ਤਾਂ ਟ੍ਰੋਫਿਕ ਲੈਵਲ ਦੇ ਉਹ ਕਿਸ ਪੱਧਰ ਤੇ ਹੋਊਗਾ? ਉਹ ਹੋਊਗਾ ਟਰਸ਼ਰੀ ਕੰਜ਼ਿਊਮਰ, ਤੀਜੇ ਪੱਧਰ ਦਾ ਕੰਜ਼ਿਊਮਰ। ਸੋ ਉਮੀਦ ਕਰਦਾ ਕਿ ਆਹ ਸਟੋਰੀ ਸਾਰੀ ਜਿਹੜੀ ਆ ਉਹ ਸਮਝਾਤੀ ਮੈਂ ਇੱਥੇ, ਪੂਰਾ ਪਿਓਰ ਪੰਜਾਬੀ 'ਚ ਲਿਖਤਾ ਕਿ ਬਈ ਪਹਿਲੇ ਪੱਧਰ ਦਾ ਖਪਤਕਾਰ, ਦੂਜੇ ਪੱਧਰ ਦਾ ਖਪਤਕਾਰ, ਤੀਜੇ ਪੱਧਰ ਦਰਜੇ ਦਾ ਖਪਤਕਾਰ। ਸੋ ਇਹ ਚੀਜ਼ਾਂ ਟੈਕਨੀਕਲੀ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਕਿ ਪਹਿਲੇ ਵਾਲੇ ਤੋਂ ਬਾਅਦ ਉਹ 3 ਸਟੇਜਾਂ ਤੇ ਕਹਿੰਦਾ ਟੱਪ ਗਿਆ ਤਾਂ ਫਿਰ ਚੌਥੀ ਸਟੇਜ ਤੇ ਪਹੁੰਚ ਗਿਆ, ਤੇ ਚੌਥੀ ਸਟੇਜ ਤੇ ਹੁੰਦਾ ਤੀਜੇ ਦਰਜੇ ਦਾ ਖਪਤਕਾਰ। ਜੇ ਤੁਹਾਡੇ 'ਚੋਂ ਕਿਸੇ ਨੇ ਫੂਡ ਚੇਨ, ਭੋਜਨ ਲੜੀ, ਫੂਡ ਚੇਨ ਤੇ ਫੂਡ ਵੈੱਬ ਦੇ ਕੰਸੈਪਟ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਿਆ ਤੇ ਉਹ ਤਾਂ ਇਸ ਸਵਾਲ ਨੂੰ ਚੁਟਕੀ 'ਚ ਕਰ ਦੂਗਾ। ਅਗਲਾ ਸਵਾਲ ਆ ਗਿਆ, ਕਹਿੰਦੇ ਵਾਤਾਵਰਨ ਰੱਖਿਆ ਅਧੀਨੀਅਮ, ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ। ਤੁਹਾਨੂੰ ਸਭ ਨੂੰ ਪਤਾ ਹੈ ਕਿ 84 'ਚ ਆਈਸੋਸਾਈਨਾਈਟ ਨਾਮ ਦਾ ਇੱਕ ਕੈਮੀਕਲ ਲੀਕ ਹੋਇਆ ਸੀ ਭੋਪਾਲ ਗੈਸ ਟ੍ਰੈਜਡੀ 'ਚ, ਠੀਕ ਆ। ਸੋ ਯੂਨੀਅਨ ਕਾਰਬਾਈਡ ਨਾਮ ਦੀ ਕੰਪਨੀ, ਤਾਂ ਇਵੇਂ ਦਾ ਹਾਦਸਾ ਫੇਰ ਨਾ ਹੋ ਜੇ। ਭਾਰਤ 'ਚ ਵਾਤਾਵਰਨ ਸੁਰੱਖਿਆ ਅਧੀਨੀਅਮ, ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ ਆਇਆ। ਏਅਰ ਪੋਲਿਊਸ਼ਨ ਐਕਟ ਸਾਡੇ ਦੇਸ਼ 'ਚ ਪਹਿਲਾਂ ਹੀ ਆ ਚੁੱਕਿਆ ਸੀ 1981 'ਚ, ਹਾਂ। ਫਿਰ ਇਹਦੇ 'ਚ ਸੋਧ ਕਰਕੇ ਪੋਲਿਊਸ਼ਨ ਨੂੰ ਐਡ ਕੀਤਾ ਗਿਆ ਸੀ 87 'ਚ। ਉਸ ਤੋਂ ਵੀ ਪਹਿਲਾਂ ਮੈਂ ਤੁਹਾਨੂੰ ਦੱਸਦਾ, ਆਹ ਗਲਤ ਲਿਖਿਆ, ਵਾਟਰ ਐਕਟ ਸਹੀ ਸੀ, ਵਾਟਰ ਪੋਲਿਊਸ਼ਨ ਐਕਟ। ਵਾਟਰ ਪੋਲਿਊਸ਼ਨ ਐਕਟ ਭਾਰਤ 'ਚ ਉਸ ਤੋਂ ਵੀ ਪਹਿਲਾਂ 1974 'ਚ ਆ ਗਿਆ ਸੀ, ਤੇ ਵਾਟਰ ਦੇ ਉੱਪਰ, ਪਾਣੀ ਦੇ ਪੋਲਿਊਸ਼ਨ ਤੇ ਕਰ ਵੀ ਲਾ ਦਿੱਤਾ ਗਿਆ ਸੀ, ਵਾਟਰ ਪੋਲਿਊਸ਼ਨ ਸੈਸ ਐਕਟ 1977 'ਚ, ਉਹ ਮੈਂਸ਼ਨ ਨੀਗਾ। ਸੋ ਬੜੀ ਆਸਾਨੀ ਨਾਲ ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ ਆਇਆ ਜੀ ਆਪਣਾ, ਰੱਬ ਤੁਹਾਡਾ ਭਲਾ ਕਰੇ, 86 'ਚ। ਪਹਿਲੇ ਦਾ ਸੀ, ਪਹਿਲੇ ਦਾ ਸੀ, ਪਹਿਲੇ ਦਾ ਸੀ, ਪਹਿਲੇ ਦਾ ਸੀ, ਜਾਂ ਤੇ ਆ ਆਪਸ਼ਨ ਸਹੀ ਆ ਤੇ ਜਾਂ ਆਪਸ਼ਨ ਏਅਰ ਪੋਲਿਊਸ਼ਨ ਐਕਟ ਦੂਜੇ ਦਾ 81, 2 ਦਾ ਕੇ, ਇਹ 2 ਦਾ 81 ਡੀ, 2 ਦਾ ਡੀ, 2 ਦਾ ਡੀ, 2 ਦਾ ਡੀ, 2 ਦਾ ਡੀ ਸਹੀ ਆ। ਤੀਜਾ ਵਾਟਰ ਪੋਲਿਊਸ਼ਨ ਐਕਟ 74, 3 ਦਾ ਏ, 3 ਦਾ ਏ, 3 ਦਾ ਏ, ਆ ਚੱਕੋ ਜੀ, ਇਹ ਸਹੀ ਆਨਸਰ ਆ ਗਿਆ। ਸੋ ਮੈਂ ਪੂਰੀ ਡਿਟੇਲ ਦੇ ਵਿੱਚ ਸਾਰਾ ਪੜ੍ਹਾਇਆ ਹੋਇਆ ਕਿ ਵਾਟਰ ਪੋਲਿਊਸ਼ਨ ਐਕਟ ਕਦੋਂ ਆਇਆ, ਏਅਰ ਪੋਲਿਊਸ਼ਨ ਐਕਟ ਕਦੋਂ ਆਇਆ, ਤੇ ਇਹਦੇ 'ਚ ਪਹਿਲੀ ਸੋਧ ਸਰਕਾਰ ਨੇ 87 'ਚ ਆਵਾਜ਼ ਨੂੰ ਇੱਕ ਪ੍ਰਦੂਸ਼ਕ ਦੇ ਤੌਰ ਤੇ ਜੋੜਨ ਵਾਸਤੇ ਕੀਤੀ। ਫਿਰ ਆਇਆ ਵਾਤਾਵਰਨ ਸੁਰੱਖਿਆ ਅਧੀਨੀਅਮ 1986 ਦੇ ਵਿੱਚ ਆਇਆ। ਸਾਰੇ ਨੂੰ ਮੈਂ ਡਿਟੇਲ 'ਚ, ਤੇ ਮੈਂ ਤੁਹਾਨੂੰ ਇੰਨਾ ਦੱਸਦਾ ਕਿ ਤੁਹਾਡੇ ਨਾਲ ਡਿਟੇਲਡ ਜਿਹੜੀ PDF ਆ ਇਹ ਸ਼ੇਅਰ ਕੀਤੀ ਜਾਊਗੀ, ਤਾਂ ਜੋ ਤੁਹਾਨੂੰ ਕੋਈ ਵੀ ਡਾਊਟ ਹੋਵੇ ਤਾਂ ਤੁਸੀਂ ਆਰਾਮ ਨਾਲ ਇਹਦੇ 'ਚੋਂ ਜੋ ਵੀ ਪਤਾ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਅੱਗੇ ਆ ਗਿਆ ਜੀ ਅਗਲਾ ਸਵਾਲ, ਕਹਿੰਦੇ ਗੰਦਲੇ ਪਾਣੀ 'ਚੋਂ ਇੰਪਿਓਰਿਟੀ ਕਿਹੜੀ ਸਭ ਤੋਂ ਸੌਖੀ ਨਿਕਲ ਜਾਂਦੀ? ਬੈਕਟੀਰੀਆ, ਕੋਲੋਇਡਸ, ਡਿਜ਼ੋਲਵਡ ਸੋਲਿਡ। ਤੁਹਾਨੂੰ ਪਤਾ ਸਸਪੈਂਡਡ ਪਾਰਟੀਕਲ ਕੀ ਹੁੰਦੇ ਆ? ਪਾਣੀ ਦੇ ਵਿੱਚ ਜਿਹੜੇ ਲਮਕਦੇ ਹੋਏ ਛੋਟੇ ਛੋਟੇ ਰੇਤ ਵਗੈਰਾ ਦੇ ਕਣ, ਉਹਨਾਂ ਨੂੰ ਕੱਢਣਾ ਤੇ ਸਭ ਤੋਂ ਸੌਖਾ ਹੁੰਦਾ। ਫਿਲਟਰ ਲਾਓ ਮਾੜਾ ਜਿਹਾ, ਸਭ ਤੋਂ ਪਹਿਲਾਂ ਤਾਂ ਆ ਜਿਹੜੇ ਕੋਰਸ ਸੈਂਡ, ਮੋਟੇ ਮੋਟੇ ਸੈਂਡ ਦੇ ਕਣ ਵਗੈਰਾ ਹੋ ਗਏ, ਇਹ ਸਾਰੇ ਬਹਿ ਜਾਂਦੇ ਆ, ਤੇ ਇਹਨੂੰ ਆਪਾਂ ਕਹਿੰਦੇ ਆ ਸਸਪੈਂਡਡ ਪਾਰਟੀਕਲਸ। ਪਾਣੀ ਦੇ ਵਿੱਚ ਜਿੰਨੇ ਵੀ ਇਹ ਸਸਪੈਂਡਡ ਪਾਰਟੀਕਲਸ ਨੇ, ਸਭ ਤੋਂ ਪਹਿਲਾਂ ਪਾਣੀ 'ਚੋਂ ਜਸਟ ਛਾਣਨੀ ਜੀ ਲਾ ਕੇ ਸਭ ਤੋਂ ਪਹਿਲਾਂ ਇਹ ਨਿਕਲਦੇ ਆ। ਬਾਕੀਆਂ ਦੀ ਸਾਨੂੰ ਥੋੜ੍ਹੀ ਜਿਹੀ ਟੈਕਨੋਲੋਜੀ ਵਰਤਣੀ ਪੈਂਦੀ ਆ, ਠੀਕ ਆ, ਪਰਮੀਏਬਲ ਮੈਂਬਰਨ ਵਗੈਰਾ ਬਣਾਉਣੀ ਪੈਂਦੀ, ਪਰ ਇਹਦੀ ਤਾਂ ਲੋੜ ਹੀ ਨਹੀਂ। ਕਹਿੰਦੇ ਕਨਵੈਨਸ਼ਨ ਔਨ ਬਾਇਓਲੋਜੀਕਲ ਡਾਇਵਰਸਿਟੀ, ਜੈਵਿਕ ਵਿਭਿੰਨਤਾ। ਤੇ ਮੈਨੂੰ ਨਹੀਂ ਪਤਾ ਕਿ ਤੁਹਾਡੇ 'ਚੋਂ ਕਿਸੇ ਨੂੰ 1992 ਦੇ ਅਰਥ ਸਮਿਟ ਦਾ ਪਤਾ ਹੈ, ਪਰ ਜਦੋਂ ਮੈਂ ਇਨਵਾਇਰਮੈਂਟ ਸਾਇੰਸ 'ਚ ਪੜ੍ਹਾਵਾਂਗੇ ਤੇ ਅਸੀਂ ਦੱਸਦੇ ਹਾਂ ਕਿ ਉੱਥੇ 3 ਸੰਧੀਆਂ ਹੋਈਆਂ ਸੀਗੀਆਂ, 3 ਸਮਝੌਤੇ ਹੋਏ ਸੀ। ਕਨਵੈਨਸ਼ਨ ਔਨ ਬਾਇਓਲੋਜੀਕਲ ਡਾਇਵਰਸਿਟੀ ਮਤਲਬ ਕਿ ਜੈਵਿਕ ਵਿਭਿੰਨਤਾ ਦਾ ਸਮਝੌਤਾ,
ਇੱਕ ਹੋਇਆ ਸੀ ਉੱਥੇ ਕਲਾਈਮੇਟ ਚੇਂਜ ਜਲਵਾਯੂ ਪਰਿਵਰਤਨ ਦਾ ਸਮਝੌਤਾ, ਤੇ ਇੱਕ ਹੋਇਆ ਸੀ ਡਿਜ਼ਰਟੀਫਿਕੇਸ਼ਨ ਕੰਟਰੋਲ ਰੇਗਿਸਤਾਨ ਨੂੰ ਰੋਕਣ ਦਾ ਸਮਝੌਤਾ। 3 ਸਮਝੌਤੇ 1992 ਚ ਹੋਏ ਸੀ। ਉਹਨੂੰ ਨਾ ਅਰਥ ਸਮਿਟ ਕਹਿੰਦੇ ਆ, ਕਿਉਂਕਿ ਪੂਰੀ ਦੀ ਪੂਰੀ ਧਰਤੀ ਨਾਲ ਸੰਬੰਧਿਤ ਸਾਰਾ ਕੁਝ ਦੇਖ ਲਿਆ ਇਹਨਾਂ ਨੇ। ਸੋ ਇਹ ਰੀਓ ਡੀ ਜਨੇਰੀਓ ਬ੍ਰਾਜ਼ੀਲ ਦੇ ਸ਼ਹਿਰ 'ਚ ਹੋਈ ਸੀ। ਇਸ ਮੀਟਿੰਗ ਦਾ ਨੂੰ ਲੋਕ ਅਰਥ ਸਮਿਟ ਤਾਂ ਕਹਿ ਦਿੰਦੇ ਆ, ਇਹਦਾ ਸ਼ਾਰਟ ਨੇਮ, ਪਰ ਲੋਕਾਂ ਨੂੰ ਘੱਟ ਪਤਾ ਕਿ ਇਹਦਾ ਸਹੀ ਨਾਮ ਸੀ ਯੂਨਾਈਟਿਡ ਨੇਸ਼ਨ ਕਾਨਫਰੰਸ ਔਨ ਇਨਵਾਇਰਨਮੈਂਟ ਐਂਡ ਡਿਵੈਲਪਮੈਂਟ। ਰੀਓ ਡੀ ਜਨੇਰੀਓ ਬ੍ਰਾਜ਼ੀਲ ਦੇ ਸ਼ਹਿਰ 'ਚ ਜੂਨ 1992 ਚ ਹੋਈ ਸੀ। 3 ਸਮਝੌਤੇ ਇੱਥੇ ਹੋਏ ਸੀਗੇ। ਸੋ ਆਪਣੇ ਆਪ ਵਿੱਚ ਇੱਕ ਬੇਹੱਦ ਇੰਪੋਰਟੈਂਟ ਮੀਟਿੰਗ ਸੀ ਇਹ। ਸੋ 3 ਸਮਝੌਤੇ ਵੀ ਪੜ੍ਹਾਤੇ ਮੈਂ ਕਿ ਉਹ ਕਿਹੜੇ 3 ਸਮਝੌਤੇ ਸੀ ਜਿਹੜੇ ਇੱਥੇ ਹੋਏ ਸੀਗੇ। ਅੱਗੇ ਆ ਗਿਆ, ਕਹਿੰਦਾ ਇੱਕ ਕੰਡਕਟਰ ਆ, ਮਤਲਬ ਇੱਕ ਮੈਟਲ ਆ, ਮੈਟਲ ਦੇ ਵਿੱਚ ਇਲੈਕਟ੍ਰੋਨਸ ਪਏ ਹੋਏ ਆ। ਇਲੈਕਟ੍ਰੋਨਸ ਦੀ ਕਿਹੜੀ ਇਹੋ ਜਿਹੇ ਲੱਛਣ ਨੇ ਜਿਹੜੇ ਦੱਸਦੇ ਆ ਕਿ ਉਹ ਕਰੰਟ ਬਣ ਜਾਂਦਾ ਹੈ। ਮੋਸ਼ਨ ਆਫ ਇਲੈਕਟ੍ਰੋਨ ਇਜ਼ ਕਾਲਡ ਕਰੰਟ। ਇਲੈਕਟ੍ਰੋਨ ਦੀ ਵੈਲੋਸਿਟੀ, ਜਿਹਨੂੰ ਅਸੀਂ ਡ੍ਰਿਫਟ ਵੈਲੋਸਿਟੀ ਕਹਿੰਦੇ ਆ। ਹਲਕੇ ਜਿਹੇ ਪੱਧਰ 'ਤੇ ਅਸੀਂ 9ਵੀਂ ਕਲਾਸ ਦੀ ਸਾਇੰਸ 'ਚ ਪੜ੍ਹਦੇ ਹਾਂ ਕਿ ਡ੍ਰਿਫਟ ਵੈਲੋਸਿਟੀ, ਡ੍ਰਿਫਟ ਗਤੀ ਹੁੰਦੀ ਇੱਕ ਇਲੈਕਟ੍ਰੋਨਸ ਦੀ। ਸੋ ਉਹ ਵਾਲੀ ਗਤੀ, ਉਹਦੇ ਕੋਲ ਕੋਈ ਤਾਪ ਗਤੀ ਨਹੀਂ ਹੁੰਦੀ, ਕੋਈ ਹੀਟ ਵਗੈਰਾ ਨਹੀਂ ਹੁੰਦੀ ਜਿਹਦੇ ਨਾਲ ਕਿ ਉਹ ਤੁਰਦਾ ਫਿਰਦਾ ਰਹੇ, ਨਹੀਂ। ਉਹਦੇ ਕੋਲ ਸਿਰਫ ਤੇ ਸਿਰਫ ਇੱਕ ਡ੍ਰਿਫਟ ਵੈਲੋਸਿਟੀ ਹੁੰਦੀ ਆ, ਜਿਹਦਾ ਮਤਲਬ ਹੁੰਦਾ ਹੈ ਕਿ ਜਦੋਂ ਉਹਦੇ ਨਾਲ ਕੋਈ ਬੈਟਰੀ ਕਨੈਕਟ ਕਰਤੀ ਆਪਾਂ, ਜਦੋਂ ਉਹਦੇ ਨਾਲ ਕੋਈ ਬੈਟਰੀ ਕਨੈਕਟ ਕਰਤੀ ਤਾਂ ਬੈਟਰੀ ਦੇ ਪੋਜ਼ਿਟਿਵ ਟਰਮੀਨਲ ਤੋਂ ਦੂਰ ਭੱਜਣ ਪੋਜ਼ਿਟਿਵ ਟਰਮੀਨਲ ਵੱਲ ਤੇ ਨੈਗੇਟਿਵ ਟਰਮੀਨਲ ਤੋਂ ਦੂਰ ਭੱਜਣ ਲੱਗ ਪੈਂਦੇ ਇਲੈਕਟ੍ਰੋਨਸ, ਤੇ ਇੱਕੋ ਪਾਸੇ ਨੂੰ ਡ੍ਰਿਫਟ ਹੋ ਜਾਂਦੇ ਆ। ਇਹ ਚੀਜ਼ ਮੈਨੂੰ ਲੱਗਦਾ ਕਿ ਤੁਹਾਨੂੰ ਇਹ ਪਤਾ ਹੋਊਗੀ ਕਿ ਨਾਰਮਲੀ ਜੇ ਬੈਟਰੀ ਨਹੀਂ ਲਾਈ ਤਾਂ ਇੱਕ ਦੂਜੇ 'ਚ ਵੱਜਦੇ ਫਿਰਦੇ ਹੁੰਦੇ ਆ। ਓਨਲੀ ਡ੍ਰਿਫਟ ਵੈਲੋਸਿਟੀ, ਇਲੈਕਟ੍ਰੋਨਸ ਦੀ ਸਿਰਫ ਡ੍ਰਿਫਟ ਗਤੀ ਹੀ ਇੱਕ ਅਜਿਹੀ ਗਤੀ ਆ ਜਿਹੜੀ ਅੱਗੇ ਜੇ ਉਹ ਬਣ ਆ ਜੇ ਉਹਦੇ 'ਚ ਤਾਂ ਉਹ ਕਰੰਟ ਬਣ ਜਾਂਦਾ ਹੈ। ਸੋ ਟੈਕਨੀਕਲੀ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਗੱਲ। ਅਗਲਾ ਸਵਾਲ ਆ ਗਿਆ ਕਿ ਇੱਕ ਸੋਲੋਨੋਇਡ ਆ, ਤੁਸੀਂ ਸਮਝਦੇ ਹੋ ਸਾਰੇ ਕਿ ਸੋਲੋਨੋਇਡ ਬੇਸਿਕਲੀ ਹੈ ਕੀ ਹੈ, ਠੀਕ ਆ। ਸੋ ਇੱਕ ਸੋਲੋਨੋਇਡ ਦੇ ਅੰਦਰ ਇੱਕ ਇਲੈਕਟ੍ਰੋਨ ਨੂੰ ਉਹਦੀ ਐਕਸਿਸ, ਉਹਦੇ ਧੁਰੇ ਵੱਲ ਸਿੱਟਤਾ, ਕਹਿੰਦੇ ਉਹਦੇ 'ਤੇ ਕਿੰਨੀ ਫੋਰਸ ਲੱਗੂਗੀ। ਮੈਨੂੰ ਨਹੀਂ ਪਤਾ ਕਿ ਤੁਸੀਂ 11ਵੀਂ 12ਵੀਂ ਕਲਾਸ ਦੀ ਸਾਇੰਸ ਨੂੰ ਥੋੜ੍ਹਾ ਜਿਹਾ ਜਾਣਦੇ ਹੋ ਕਿ ਨਹੀਂ ਜਾਣਦੇ। ਤਾਂ ਇੱਕ ਸੋਲੋਨੋਇਡ 'ਤੇ ਫੋਰਸ ਲੱਗਦੀ ਆ, ਜਿਹੜੀ ਚੀਜ਼ ਨੂੰ ਸੁੱਟਿਆ ਉਹਦੇ 'ਤੇ ਕਿਊ ਚਾਰਜ, ਉਹਦੀ ਗਤੀ ਸਪੀਡ v, ਤੇ ਜਿਹੜੀ ਮੈਗਨੈਟਿਕ ਫੀਲਡ ਇਸ ਸੋਲੋਨੋਇਡ ਨੇ ਪੈਦਾ ਕੀਤੀ ਹੈ, ਤੇ ਉਹਦੀ ਗਤੀ ਤੇ ਫੀਲਡ ਦੇ ਵਿੱਚ ਐਂਗਲ ਥੀਟਾ, ਸਾਈਨ ਥੀਟਾ। ਤੁਹਾਨੂੰ ਪਤਾ ਹੈ ਕਿ ਮੈਨੂੰ ਨਹੀਂ ਪਤਾ ਕਿ ਤੁਸੀਂ ਇਹ ਪੜ੍ਹਿਆ 12ਵੀਂ ਕਲਾਸ 'ਚ, ਫਿਰ ਤੁਸੀਂ ਮਾਸਟਰ ਕੈਡਰ 'ਚ ਕਿਵੇਂ ਜਾਓਗੇ। 12ਵੀਂ ਕਲਾਸ 'ਚ ਅਸੀਂ ਪੜ੍ਹਦੇ ਹਾਂ ਕਿ ਇੱਕ ਸੋਲੋਨੋਇਡ ਦੀ ਜਿਹੜੀ ਮੈਗਨੈਟਿਕ ਫੀਲਡ ਹੁੰਦੀ ਆ ਉਹ ਉਹਦੀ ਐਕਸਿਸ ਵੱਲ ਨੂੰ ਹੁੰਦੀ ਹੈ। ਤੁਸੀਂ ਸੁੱਟ ਇਲੈਕਟ੍ਰੋਨ ਨੂੰ ਵੀ ਉੱਧਰ ਨੂੰ ਹੀ ਦਿੱਤਾ, ਦੋਵਾਂ ਦੇ ਵਿੱਚ ਐਂਗਲ ਕਿੰਨਾ ਆ ਗਿਆ, ਇੱਕੋ ਡਾਇਰੈਕਸ਼ਨ 'ਚ ਜਾਣ ਕਰਕੇ 0। ਤੇ 9ਵੀਂ ਕਲਾਸ ਸਭ ਨੇ ਪੜ੍ਹੀ ਆ ਸਾਈਨ 0 0, ਉਹਦੇ 'ਤੇ ਲੱਗਣ ਵਾਲਾ ਬਲ ਕਿੰਨਾ ਹੋ ਜਾਊਗਾ 0। ਸੋਲੇਨੋਇਡ ਦੇ ਵਿੱਚ ਉਹਦੇ ਧੁਰੇ ਵੱਲ, ਉਹਦੀ ਐਕਸਿਸ ਵੱਲ ਜਦੋਂ ਕਿਸੇ ਵੀ ਚਾਰਜ ਨੂੰ, ਭਾਵੇਂ ਪ੍ਰੋਟੋਨ ਨੂੰ ਸੁੱਟ ਦੇਣ ਅਗਲੇ ਪੇਪਰ 'ਚ, ਭਾਵੇਂ ਉਹ ਹੀਲੀਅਮ ਨੂੰ ਸੁੱਟ ਦੇਣ, ਕਿਸੇ ਪਾਰਟੀਕਲ ਨੂੰ ਸੁੱਟ ਦੇਣ, ਉਹਦੇ 'ਤੇ ਲੱਗਣ ਵਾਲੀ ਬਲ ਜਿਹੜੀ ਹੋਊਗੀ ਉਹ 0 ਹੋ ਜਾਊਗੀ। ਇਟ ਮੀਨਸ ਇਲੈਕਟ੍ਰੋਨ ਵਿਲ ਕੰਟੀਨਿਊ ਟੂ ਮੂਵ ਵਿਦ ਯੂਨੀਫਾਰਮ ਵੈਲੋਸਿਟੀ ਅਲੋਂਗ ਦੀ ਐਕਸਿਸ। ਜਦੋਂ ਉਹਦੇ 'ਤੇ ਕੋਈ ਬਲ ਹੀ ਨਹੀਂ ਲੱਗਿਆ, ਜਿੱਧਰ ਨੂੰ ਜਾਂਦਾ ਜਾਈ ਜਾਵੇ, ਉਹ ਇੱਕੋ ਸਥਿਰ ਵੇਗ ਦੇ ਨਾਲ ਉਸੇ ਸੋਲੋਨੋਇਡ ਦੇ ਅੰਦਰ ਚੱਲਦਾ ਰਹੇਗਾ। ਮੈਨੂੰ ਲੱਗਦਾ ਕਿ ਤੁਹਾਨੂੰ ਇਹ ਕਨਸੈਪਟ ਜਿਹੜਾ ਹੈ ਉਹ ਪਤਾ ਹੋਊਗਾ। ਨਹੀਂ ਪਤਾ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਜੇ ਇਲੈਕਟ੍ਰੋਨ ਸੋਲੋਨੋਇਡ ਦੀ ਡਾਇਰੈਕਸ਼ਨ 'ਚ ਹੀ ਆ ਤੇ ਫੀਲਡ ਵੀ ਉਸੇ ਡਾਇਰੈਕਸ਼ਨ 'ਚ ਹੋਵੇ ਤੇ ਫੋਰਸ 0 ਲੱਗਦੀ ਆ, ਬਲ 0 ਲੱਗਦਾ ਹੈ। ਉਮੀਦ ਕਰਦਾ ਕਿ ਇਹ ਕਨਸੈਪਟ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ। DC ਜਨਰੇਟਰ ਕਿਹਦੇ 'ਤੇ ਕੰਮ ਕਰਦਾ ਹੈ? ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਕਿ ਕੋਈ ਵੀ ਸੋਲੋਨੋਇਡ ਵਰਗੀ ਕੋਈ ਕੋਇਲ ਹੋਵੇ ਐਵੇਂ, ਠੀਕ ਆ, ਅਤੇ ਉਹ ਕਿਸੇ ਵੀ ਉਹਦੇ ਨਾਲ ਲੱਗੀ ਹੋਵੇ ਆਪਣੀ ਗਲਵੈਨੋਮੀਟਰ ਨਾਲ। ਗਲਵੈਨੋਮੀਟਰ ਦਾ ਕੰਮ ਕੀ ਹੁੰਦਾ? ਸਿਰਫ ਇਹ ਅਹਿਸਾਸ ਕਰਾਉਣਾ ਕਿ ਇਸ ਤਾਰ 'ਚ ਕਰੰਟ ਆ। ਇਹ 'ਚ ਕੋਈ ਕਰੰਟ ਬਾਹਰੋਂ ਨਹੀਂ ਭੇਜਿਆ, ਬਸ ਗਲਵੈਨੋਮੀਟਰ ਚੈੱਕ ਕਰੂਗਾ। ਤੁਸੀਂ ਇਹਦੇ ਨੇੜੇ ਮੈਗਨੇਟ ਲੈ ਕੇ ਜਾਓ, ਜਿਵੇਂ ਜਿਵੇਂ ਤੁਸੀਂ ਇਹਦੇ 'ਚ ਮੈਗਨੇਟ ਲੈ ਕੇ ਜਾਓਗੇ ਇਹਦੇ 'ਚ ਕਰੰਟ ਆ ਜਾਊਗਾ। ਇਹ ਗੱਲ ਦੱਸਣ ਵਾਲਾ ਪਹਿਲਾ ਵਿਗਿਆਨੀ ਕੌਣ ਸੀ? ਫੈਰਾਡੇ। ਫੈਰਾਡੇ ਨੇ ਕਿਹਾ ਸੀ ਕਿ ਜਦੋਂ ਕਿਸੇ ਕੋਇਲ ਦੇ ਨੇੜੇ ਤੁਸੀਂ ਕਿਸੇ ਵੀ ਮੈਗਨੇਟ ਨੂੰ ਐਵੇਂ ਕਰੋਗੇ, ਨੇੜੇ 'ਤੇ ਥੋੜ੍ਹੀ ਦੂਰੋਂ ਕੁਛ ਵੀ ਟੱਚ ਨਾ ਕਰੋ, ਉਹਦੇ 'ਚ ਕਰੰਟ ਆ ਜਾਊਗਾ ਉਸ ਤਾਰ 'ਚ। ਚੈੱਕ ਕਰਕੇ ਦੇਖ ਲਿਓ ਗਲਵੈਨੋਮੀਟਰ ਲਾ ਕੇ। ਕਹਿੰਦਾ ਇਹੀ ਸਿਧਾਂਤ ਫਿਰ ਆਪਾਂ ਇੱਥੇ ਬਣਾਇਆ। ਕੀ ਸਿਧਾਂਤ ਬਣਾਇਆ ਆਪਾਂ? ਕਿ ਬਈ 2 ਮੈਗਨੇਟਾਂ ਦੇ ਵਿੱਚ ਨਾ ਇੱਕ ਕੋਇਲ ਰੱਖ ਲਈ, ਐਵੇਂ ਦੀ ਆ ਪੀਲੀ ਜੀ ਕੋਇਲ ਰੱਖ ਲਈ, ਫਿਰ ਉਹਨੂੰ ਘੁਮਾਈ ਗਏ, ਮੈਗਨੇਟਾਂ ਦੇ ਵਿੱਚ ਉਹ ਘੁੰਮੀ ਗਈ। ਸੋ ਕਦੀ ਜਦੋਂ ਉਹ ਕੋਇਲ ਐਵੇਂ ਆ, ਮੈਗਨੇਟਸ ਦੇ ਇੱਥੇ ਮੈਗਨੇਟ ਜਦੋਂ ਐਵੇਂ ਹੋਈ, ਉਹ ਮੈਗਨੇਟਾਂ ਤੋਂ ਦੂਰ ਹੋ ਗਈ ਕਿਉਂਕਿ ਸਿੱਧੀ ਹੋ ਗਈ, ਫਿਰ ਐਵੇਂ ਹੋ ਗਈ, ਘੁੰਮੀ ਗਈ, ਉਹਦੇ 'ਚ ਆਪਣੇ ਆਪ ਕਰੰਟ ਪੈਦਾ ਹੋ ਗਿਆ। ਉਸੇ ਕਰੰਟ ਨੂੰ ਅਸੀਂ DC ਕਰੰਟ ਕਹਿੰਦੇ ਹਾਂ। DC ਕਰੰਟ
करंट किवें पैदा हुंदा जनरेटर च, इहदे बारे पहली बार फैराडे कह के गया सी कि जदों भी मैगनैटां दे विच तुसीं कोयल रख दोगे ते उहनूं घुमाई जाओगे ਤਾਂ ਉਹ ਮੈਗਨੈਟ, ਉਹ ਕੋਇਲ ਆ ਜਿਹੜੀ ਤਾਰ ਆ ਉਹ ਐਵੇਂ ਉਹ ਮੈਗਨੈਟਸ ਤੋਂ ਕਦੀ ਦੂਰ, ਕਿਉਂਕਿ ਜਦੋਂ ਸਿੱਧੀ ਆ ਤਾਂ ਮੈਗਨੈਟਸ ਦੇ ਨੇੜੇ ਆ, ਜਦੋਂ ਟੇਢੀ ਆ ਮੈਗਨੈਟਸ ਤੋਂ ਦੂਰ ਆ, ਫੇਰ ਸਿੱਧੀ ਆ ਘੁੰਮੀ ਜਾਊਗੀ, ਮੈਗਨੈਟਸ ਤੋਂ ਦੂਰੀ ਬਦਲਦੀ ਜਾਊਗੀ ਤਾਂ ਉਹਦੇ 'ਚ ਕਰੰਟ ਪੈਦਾ ਹੁੰਦਾ ਹੈ। ਇਹ ਮੈਂ ਨਹੀਂ ਕਿਹਾ, ਇਹ ਗੱਲ ਫੈਰਾਡੇਜ਼ ਨੇ ਕਹੀ ਸੀ। ਤੁਹਾਨੂੰ ਕੱਲ੍ਹ ਨੂੰ ਅਗਲੇ ਪੇਪਰ 'ਚ ਪਤਾ ਕੀ ਕਹਿਣਗੇ, ਦਿਸ਼ਾ ਕਿਹਨੇ ਦੱਸੀ ਸੀ ਕਿ ਕਰੰਟ ਜਾਊਗਾ ਕਿੱਧਰ, ਦਿਸ਼ਾ ਦੱਸਣ ਵਾਲੇ ਦਾ ਨਾਮ ਲੈਂਜ਼ ਸੀਗਾ। ਸੋ ਇਹ ਗੱਲ ਤੁਸੀਂ ਫਿਜ਼ਿਕਸ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ ਡਿਟੇਲਡ ਲੈਕਚਰਸ ਦੇ ਵਿੱਚ, ਤਾਂ ਅਸੀਂ ਓਬਵੀਅਸ ਜੀ ਗੱਲ ਆ ਇਹਨਾਂ ਚੀਜ਼ਾਂ 'ਤੇ ਸਟਰੈਸ ਦਿੰਦੇ ਹਾਂ ਅਤੇ ਓਬਵੀਅਸ ਜੀ ਗੱਲ ਆ ਦੇਣਾ ਬਣਦਾ ਵੀ ਆ। ਸੋ ਇਹ ਕਹਾਣੀ ਬਹੁਤ ਇੰਪੋਰਟੈਂਟ ਆ। ਨੈਕਸਟ ਉਸ ਤੋਂ ਬਾਅਦ ਅੱਗੇ ਆ ਜਾਓ। 3 ਰਜਿਸਟਰ ਰੋਧਕ ਜਿਹੜੇ ਆ, ਪ੍ਰਤੀਰੋਧਕ ਜਾਂ ਰੋਧਕ ਆ, ਉਹ ਪੈਰਲਲ 'ਚ ਲੱਗੇ ਆ। ਸਭ ਜਾਣਦੇ ਆ ਕਿ ਜੇ 3 ਰਜਿਸਟੈਂਸ ਪੈਰਲਲ 'ਚ ਲੱਗੇ ਹੋਣ ਤਾਂ ਐਵੇਂ ਲੱਗਦੇ ਆ। ਉਹਨਾਂ ਦੀ ਰਜਿਸਟੈਂਸ ਕੈਲਕੂਲੇਟ ਕਰਨ ਦਾ ਫਾਰਮੂਲਾ ਕੀ ਹੁੰਦਾ, 1/r ਬਰਾਬਰ ਹੈ 1/r1 ਪਲੱਸ 1/r2 ਪਲੱਸ 1/r3। ਜੇ ਕੋਈ ਮੈਨੂੰ ਕਵੇ ਕਿ 3 ਰਜਿਸਟੈਂਸ ਸੀਗੇ, ਠੀਕ ਆ, ਕੋਈ ਵੀ ਮੰਨ ਲਓ ਕਿ ਇੱਕ ਰਜਿਸਟੈਂਸ ਸੀਗਾ ਆਪਣਾ 6 ਦਾ, ਇੱਕ 4 ਦਾ ਅਤੇ ਇੱਕ 12 ਦਾ, ਤਿੰਨੇ ਪੈਰਲਲ 'ਚ ਲੱਗੇ ਆ, ਤਾਂ ਉਹਨਾਂ ਦੀ ਨੈੱਟ ਰਜਿਸਟੈਂਸ ਕਿੰਨੀ ਹੋਊਗੀ, 1/r ਬਰਾਬਰ ਹੈ 1/6 ਪਲੱਸ 1/4 ਪਲੱਸ 1/12। ਤਿੰਨਾਂ ਦਾ ਲਘੁੱਤਮ ਲਓ 12 ਹੀ ਲਘੁੱਤਮ ਆਊਗਾ। ਇੱਥੇ 2 ਆ ਗਿਆ, ਇੱਥੇ 3 ਆ ਗਿਆ, ਇੱਥੇ ਕਿੰਨਾ ਆ ਗਿਆ 1, ਇਹ ਆਏਗਾ 1/r। 1/r ਬਰਾਬਰ ਆ ਗਿਆ 6/12, ਮਤਲਬ 1/r ਬਰਾਬਰ ਹੈ 1/2। ਤਿਰਛੀ ਗੁਣਾ ਕੀਤੀ, ਇਹਦਾ ਕੀ ਮਤਲਬ ਆ ਗਿਆ ਕਿ r 2 ਦੇ ਬਰਾਬਰ ਆ ਗਿਆ। ਪਰ ਜੇ ਕਹਤਾ ਕਿ ਇੱਕ 1 ਆ, ਇੱਕ 2 ਆ, ਇੱਕ 3 ਆ, ਫੇਰ ਕੱਢ ਦਿਓ, ਤਾਂ ਫੇਰ ਤੁਹਾਨੂੰ ਪਤਾ ਲੱਗਾ ਕਿ r ਜਿਹੜਾ ਏ ਉਹ 6/11 ਆ ਗਿਆ। ਇਹ ਜਿਹੜਾ 6/11 ਏ ਇਹ ਆਇਆ ਕਿੰਨਾ, 6/11 ਆਇਆ 0.4 ਦੇ ਨੇੜੇ ਤੇੜੇ, 0.6 ਦੇ ਨੇੜੇ ਤੇੜੇ ਆਊਗਾ 6/11, ਠੀਕ ਆ। 0.4 ਜਾਂ ਜੋ ਵੀ ਆਊਗਾ ਤੁਹਾਨੂੰ ਪਤਾ, ਪੁਆਇੰਟਾਂ 'ਚ ਕੱਢ ਕੇ ਦਿਖਾ ਦਿਓ। ਉਹਨਾਂ ਨੇ ਕਿਹਾ ਕਿ ਕਿੰਨੇ ਦੇ ਬਰਾਬਰ ਆਊਗਾ, ਠੀਕ ਆ, ਲੈਸ ਦੈਨ 1 ਤੋਂ ਵੀ ਛੋਟਾ ਹੈ। ਉਹਨਾਂ ਨੇ ਕਿਹੜਾ ਪੁਆਇੰਟਾਂ 'ਚ ਕੱਢਣ ਲਈ ਕਿਹਾ ਸੀ ਕਿ ਦੱਸੋ ਰਜਿਸਟੈਂਸ ਕਿੰਨੀ ਹੋਊਗੀ ਜੇ ਤਿੰਨੇ ਪੈਰਲਲ ਦੇ ਵਿੱਚ ਲਾ ਦਿੱਤੇ ਜਾਣਗੇ, ਠੀਕ ਆ। ਸੀਰੀਜ਼ 'ਚ ਲਾ ਦਿੱਤੇ ਜਾਣਗੇ, ਤਿੰਨੇ ਹੀ ਜੋੜ ਦਿਓ, ਫਿਰ ਕਿੰਨੇ ਆ ਜਾਂਦਾ, 1 + 2 + 3 6 ਆਨਸਰ ਆ ਜਾਂਦਾ, ਫਿਰ ਸਿੱਧਾ ਹੀ 6 ਆ ਜਾਂਦਾ। ਪੈਰਲਲ ਦਾ ਆਪਣਾ ਫਾਰਮੂਲਾ ਹੈ, ਸੀਰੀਜ਼ ਦਾ ਆਪਣਾ, ਇਹ ਤਾਂ ਬਹੁਤ ਇੰਪੋਰਟੈਂਟ ਆ। ਕੂਲਮ ਦੇ ਯੂਨਿਟ ਕੀ ਹੁੰਦੇ ਆ, ਕੂਲਮ ਕਿਹਦੇ ਯੂਨਿਟ ਹੁੰਦੇ ਆ ਤੁਹਾਨੂੰ ਪਤਾ, ਵੋਲਟੇਜ ਦੇ ਯੂਨਿਟ ਜਾਂ ਪੋਟੈਂਸ਼ੀਅਲ ਦੇ ਯੂਨਿਟ। ਤੁਹਾਡੇ 'ਚੋਂ ਬੜੇ ਜਾਣੇ ਪੜ੍ਹਨਗੇ, ਪੋਟੈਂਸ਼ੀਅਲ ਦੇ ਯੂਨਿਟ ਵੋਲਟ ਹੁੰਦੇ ਆ, ਠੀਕ ਆ। ਚਾਰਜ ਦੇ ਯੂਨਿਟ ਕੂਲਮ ਹੁੰਦੇ ਆ, ਪਤਾ ਹੀ ਹੈ ਸਾਰਿਆਂ ਨੂੰ ਚਾਰਜ ਦੇ ਯੂਨਿਟ ਕੀ ਹੁੰਦੇ ਆ ਜੀ, ਕੂਲਮ ਹੁੰਦੇ ਆ। ਤਾਂ ਕੂਲਮ ਕਿਹਦਾ ਯੂਨਿਟ ਆ, ਚਾਰਜ ਦਾ। ਕਰੰਟ ਦਾ ਯੂਨਿਟ ਕੀ ਹੈ, ਅੰਪੇਅਰ। ਪੋਟੈਂਸ਼ੀਅਲ ਡਿਫਰੈਂਸ ਦਾ ਯੂਨਿਟ ਹੁੰਦਾ ਹੈ ਵੋਲਟ। ਰੈਜ਼ਿਸਟੈਂਸ ਦਾ ਯੂਨਿਟ ਹੁੰਦਾ ਹੈ ਓਮ। ਤੇ ਤੁਹਾਨੂੰ ਮੈਂ ਦੱਸਿਆ ਸੀ ਕਿ 7 ਯੂਨਿਟ ਇਹੋ ਜਿਹੇ ਹੁੰਦੇ ਆ ਜਿਹੜੇ ਫੰਡਾਮੈਂਟਲ ਨੇ, ਜਿਹੜੇ ਕਦੀ ਨਹੀਂ ਬਦਲਦੇ। ਮਾਸ ਦਾ ਕਿਲੋਗ੍ਰਾਮ, ਲੈਂਥ ਦਾ ਮੀਟਰ, ਟਾਈਮ ਦਾ ਸਕਿੰਟ, ਕਰੰਟ ਦਾ ਅੰਪੇਅਰ, ਟੈਂਪਰੇਚਰ ਦਾ ਕੈਲਵਿਨ, ਅਮਾਊਂਟ ਆਫ ਸਬਸਟੈਂਸ, ਕੈਮਿਸਟਰੀ ਵਾਲੇ ਅਮਾਊਂਟ ਆਫ ਸਬਸਟੈਂਸ ਦਾ ਮੋਲ, ਲਿਊਮੀਨੈਂਸ ਇੰਟੈਂਸਿਟੀ ਦਾ ਕੈਂਡੇਲਾ, ਰੋਸ਼ਨੀ ਦਾ ਕੈਂਡੇਲਾ। ਬਾਕੀ ਸਾਰੇ ਇਹਨਾਂ 'ਚ ਤਬਦੀਲ ਕੀਤੇ ਜਾ ਸਕਦੇ, ਇਸ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਡਰਾਈਵਡ ਯੂਨਿਟਸ। ਹੁਣ ਇੰਨੀ ਡਿਟੇਲ 'ਚ ਤਾਂ ਆਪਾਂ ਜਾ ਨਹੀਂ ਸਕਦੇ। ਕੂਲਮ ਜਿਹੜਾ ਹੈ ਬੇਸਿਕਲੀ ਉਹ ਇਲੈਕਟ੍ਰਿਕ ਚਾਰਜ ਦਾ ਯੂਨਿਟ ਹੁੰਦਾ ਹੈ। ਇਹ ਤਾਂ ਤੁਸੀਂ 9ਵੀਂ ਕਲਾਸ 'ਚ ਕਿ 10ਵੀਂ ਕਲਾਸ 'ਚ ਪੜ੍ਹ ਹੀ ਲੈਂਦੇ ਹੋ। ਕਹਿੰਦੇ ਇਲੈਕਟ੍ਰਿਕ ਐਨਰਜੀ ਦਾ ਵਪਾਰਕ ਯੂਨਿਟ ਕੀ ਹੁੰਦਾ ਹੈ। ਹੁਣ ਤੁਸੀਂ ਕਹੋਗੇ ਸਰ ਇਲੈਕਟ੍ਰਿਕ ਐਨਰਜੀ ਦਾ ਯੂਨਿਟ ਹੁੰਦਾ ਜੂਲ। ਉਹ ਬਈ ਜੂਲ ਤਾਂ ਹੁੰਦਾ ਹੈ, ਪਰ ਜਦੋਂ ਤੁਹਾਡੇ ਘਰੇ ਮੀਟਰ ਵਾਲਾ ਮੀਟਰ ਚੈੱਕ ਕਰਨ ਆਉਂਦਾ ਹੈ, ਉਹ ਤੁਹਾਨੂੰ ਕੀ ਦੱਸ ਕੇ ਜਾਂਦਾ ਕਿ ਤੁਸੀਂ ਇੰਨੇ ਯੂਨਿਟ ਫੂਕੇ ਆ। ਤੁਸੀਂ ਉਹਨੂੰ ਪੁੱਛਿਆ ਸਰ ਯੂਨਿਟ ਤਾਂ ਇਕਾਈ ਹੁੰਦੀ ਆ, ਕਿਹੜੇ ਯੂਨਿਟ ਆ, ਕੀ ਕਿਉਂ ਨੋਟ ਕਰਦੇ ਹੋ। ਉਹ ਤੁਹਾਡੇ ਯੂਨਿਟ ਪਤਾ ਕਿਹ 'ਚ ਨੋਟ ਕਰਕੇ ਜਾਂਦਾ, ਕਿਲੋਵਾਟ ਆਰ। ਕਿਲੋਵਾਟ ਆਰ ਸਟੈਂਡਰਡ ਯੂਨਿਟ ਹੁੰਦੇ ਆ ਜਿਨ੍ਹਾਂ 'ਚੋਂ ਨੋਟ ਕਰਕੇ ਜਾਂਦਾ, ਜਿਹਨੂੰ ਯੂਨਿਟ ਕਿਹਾ ਜਾਂਦਾ। ਅਸਲ 'ਚੋਂ ਕਿਲੋਵਾਟ ਆਰ ਹੁੰਦੇ ਆ। ਇਹ ਵੀ ਐਨਰਜੀ ਦੇ ਯੂਨਿਟ ਆ। ਕਿਲੋ ਜੂਲ ਵੀ ਐਨਰਜੀ ਦੇ ਯੂਨਿਟ ਆ, ਵਾਟ ਸੈਕਿੰਡ ਵੀ ਐਨਰਜੀ ਦੇ ਯੂਨਿਟ ਆ, ਪਰ ਜਿਹੜੇ ਸਟੈਂਡਰਡ ਕਮਰਸ਼ੀਅਲ ਤੌਰ 'ਤੇ ਵਰਤੇ ਜਾਂਦੇ ਆ ਉਹ ਕਿਲੋਵਾਟ ਆਰ ਆ। ਆਹ ਲਾਓ ਜੀ ਟਿਕ। ਕਿਲੋਵਾਟ ਆਰ ਦੇ ਵਿੱਚ ਮੀਟਰ ਦੀ ਕਮਰਸ਼ੀਅਲ ਰੀਡਿੰਗ ਆਉਂਦੀ ਆ। ਜੂਲ ਵੀ ਯੂਨਿਟ ਨੇ, ਇਕਾਈ ਆ ਨੂੰ ਮਾਪਣ ਦੀ, ਪਰ ਉਹ ਕਮਰਸ਼ੀਅਲ ਇਕਾਈ ਨਹੀਂ ਹੈਗੀ। ਅੱਗੇ ਆ ਜਾਓ ਜੀ, ਅਗਲਾ ਸਵਾਲ ਬੜਾ ਇੰਪੋਰਟੈਂਟ ਆ। ਕਹਿੰਦੇ ਨੈਸ਼ਨਲ ਕਰੀਕੁਲਮ ਫਰੇਮਵਰਕ 2005 ਦੇ ਮੁਤਾਬਕ ਚੰਗੀ ਸਾਇੰਸ ਐਜੂਕੇਸ਼ਨ ਜ਼ਿੰਦਗੀ ਲਈ ਸਹੀ ਆ। ਇਹਦਾ ਕੀ ਮਤਲਬ ਆ, ਪੜ੍ਹ ਕੇ ਦੇਖਿਓ ਆਪਣੇ ਆਪ ਆਪਸ਼ਨ। ਇਹਦਾ ਮਤਲਬ ਇਹ ਆ ਕਿ ਚੰਗੀ ਸਾਇੰਸ ਜ਼ਿੰਦਗੀ ਲਈ ਤਾਂ ਹੀ ਸਹੀ ਆ
क्योंकि साइंस जिहड़ी आ वो जिंदगी नूं आसान करन च मदद कर दिंदी है। तुसीं साइंस स्टूडेंट हो, कल नूं तुहाडे मापे कहण कि इदां करो बापू जी बीमार हो गए आ, ठीक आ, की करिए, सारे टोटके दस्सणगे, तुसीं साइंस पढ़दे होए लॉजिक दओगे, ठीक आ। सेम अगे आ जाओ, खेती करन जा रहे हो, सारे तुक्के मारनगे, तुसीं लॉजिक दओगे कि बापू जी PAU वालिਆਂ ने आ एक नवीं तकनीक लिआंदी आ, ਉਹਦੇ ਨਾਲ खेती करिए। साइंस चंगी साइंस जिंदगी च सही आ, मकसद मतलब की आ कि साइंस जिहड़ी आ वो जिंदगी नूं आसान करन दे विच अपना रोल अदा करदी आ, यही खासियत है साइंस दी। खैर अगे आ जाओ, पढ़ा मैं लिखाता पूरी एक्सप्लेनेशन दित्ती हुई है मैं। कहंदे साइंस किहड़ी चीज़ पैदा करदी है, इहदे चों इक्विटी बराबरता बिल्कुल पैदा करदी है। मुंडे कुड़ियां एक बराबर होने चाहिए, निरपੱਖਤਾ, कोई किसी नाल पक्षपात ना होवे, विग्यानक रवैया बिल्कुल पैदा करती है। तुहाडी सोच साइंस आ जाती है, तुहाडी सोच साइंटिफिक टैंपर, तुहाडा सुभाਅ साइंटिफिक हो जाता है, तुसीं बेतुकीਆਂ ਗੱਲਾਂ ਤੇ अंध विश्वासां तो दूर हो जाते हो, तुहाडी सोच नूं स्थिर कर दिंदी है, ना 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 वाइबरेंट कर दिंदी है, भांत भांत दीयां चीज़ां तुसीं सोचणीਆਂ शुरू कर दिंदे हो। आह गल गलत आ, A B एंड C। मैनूं लगदा इहदे 'च तां कोई पैडेगोजी दी भी लोड़ नहीं, बट गल हाँ लॉजिक तो लॉजिक ही आ, सगों इत्थों तक इक्विटी वास्ते तो साइंस टैक वाले महकमे ने की किया, मैं सारा लिखता ये जिन्ना भी आपां नूं वधिया कंटेंट सीगा। कहंदे गति ते वेग दे विच तुसीं फर्क समझा रहे हो, दसो जी इत्थे तुसीं की दस रहे हो, रिमैंबरिंग, अंडरस्टैंडिंग, इंपलाई के वैल्यूएटिंग, याद करना है, समझना है। तुसीं एक गल दसो, तुसीं किसी नूं कह दोगे कि वेग दे विच ते दूरी गति दे विच जां ਉਹਦੇ चाल दे विच ते अपना डिसप्लेसमेंट नूं आपां कह दिंदे आ, मेरे दिमाग 'चों ही स्किप हो गया, जिवें स्पीड डिस्टेंस नूं ते आपां दूरी कह दिंदे आ ते डिसप्लेसमेंट नूं आपां कह दिंदे आ, खैर दिमाग 'चों स्किप हो गया। स्पीड नूं आपां चाल ते गति नूं आपां ਉਹਨੂੰ कह दिंदे वेलोसिटी नूं वेग, ठीक आ। सो असल दे विच ਇਹ ਚੀਜ਼ਾਂ ਦੇ ਵਿੱਚ ਜਿਹੜਾ ਫਰਕ ਆ ਉਹ ਕਿਵੇਂ ਪਤਾ ਲੱਗਦਾ ਹੈ, ਅੰਡਰਸਟੈਂਡਿੰਗ ਨਾਲ ਪਤਾ ਲੱਗਦਾ ਹੈ ਕਿ ਬਈ ਜਦੋਂ ਤੁਸੀਂ ਨਾਲ ਡਾਇਰੈਕਸ਼ਨ ਨੂੰ ਜੋੜੋਗੇ ਤੇ ਘੱਟੋ ਘੱਟ ਡਿਸਟੈਂਸ ਨੂੰ ਵਿੱਚੋਂ ਜੋੜੋਗੇ ਤੱਕ ਦੀ ਦੂਰੀ ਤੈਅ ਕਰੋਗੇ ਤਾਂ ਉਹ ਵੇਗ ਆਊਗੀ। ਜਦੋਂ ਤੁਸੀਂ ਦਿਸ਼ਾ ਨੂੰ ਵਿੱਚੋਂ ਖਾਰਜ ਕਰ ਦੋਗੇ, ਠੀਕ ਆ, ਉਹ ਇੱਕ ਸਕੇਲਰ ਕੁਆਂਟੀਟੀ ਰਹਿ ਜਾਊਗੀ, ਤਾਂ ਉਹ ਜਸਟ ਤੁਹਾਨੂੰ ਦੂਰੀ ਦੱਸੂਗੀ, ਡਿਸਟੈਂਸ ਦੱਸੂਗੀ। ਐਵੇਂ ਜੇ ਤੁਸੀਂ सिर्फ स्पीड पता कर दो कि किन्ने किलोमीटर किन्ने घंटिया चलिया, तो वो सिर्फ चाल आ, स्पीड आ, पर जे तुसी किस दिशा वाल चलिया इनू अंडरस्टैंड कर लेंदे हो तो फिर तुसी वेग तक पहुँच गए, वेलोसिटी तक। बेसिकली ये रिमैंबरिंग नहीं, ये अंडरस्टैंडिंग का कॉन्सैप्ट आ। तुसी कहोगे सर थोड़ी जी होर एलैबोरेशन आ, देखो ਜਦੋਂ ਤੁਸੀਂ ਲੋਕਾਂ ਨੂੰ ਦੱਸਦੇ ਹੋ ਕਿ ਮੈਟਰ ਸਟੇਟ ਆਫ ਮੈਟਰ ਐਵੇਂ ਹੁੰਦਾ ਹੈ, ਇਵੈਪੋਰੇਸ਼ਨ ਨੂੰ ਡਿਫਾਈਨ ਕਰਦੇ ਹੋ, ਇੱਕ ਡਾਇਗਰਾਮ ਦੇ ਵਿੱਚ ਇਹ ਦੱਸਦੇ ਹੋ ਕਿ ਸੈੱਲ ਦੇ ਅੰਦਰ ਕੀ ਕੀ, ਇਹ ਤਾਂ ਤੁਸੀਂ ਉਹਨੂੰ ਕਹਿੰਦੇ ਹੋ ਯਾਦ ਕਰੋ। ਪਰ ਜਦੋਂ ਤੁਸੀਂ ਦੱਸਦੇ ਹੋ ਕਿਸੇ ਨੂੰ ਕਿ ਸਬਲੀਮੇਸ਼ਨ ਹੁੰਦੀ ਕਿਵੇਂ ਆ, ਡੈਪੋਜੀਸ਼ਨ ਕਿਵੇਂ ਹੁੰਦੀ ਆ, ਫਿਰ ਤੁਸੀਂ ਉਹਨੂੰ ਅੰਡਰਸਟੈਂਡ ਕਰਵਾਉਂਦੇ ਹੋ। ਜਾਂ ਤੁਸੀਂ ਉਹਨੂੰ ਇਹ ਦੱਸਦੇ ਹੋ ਕੰਜ਼ਰਵੇਸ਼ਨ ਆਫ ਮੋਮੈਂਟਮ ਦੀਆਂ ਐਗਜ਼ਾਮਪਲਸ ਦੱਸਦੇ ਹੋ, ਸਪੀਡ ਤੇ ਵੈਲੋਸਿਟੀ 'ਚ ਫਰਕ ਦੱਸਦੇ ਹੋ, ਮੂਵਮੈਂਟ ਆਫ ਇਨਰਸ਼ੀਆ ਦਾ ਕਨਸੈਪਟ ਕਲੀਅਰ ਕਰਾਉਂਦੇ ਹੋ, ਫਿਰ ਤੁਸੀਂ ਉਹਨੂੰ ਅੰਡਰਸਟੈਂਡ ਵੱਲ। ਫਿਰ ਜਦੋਂ ਤੁਸੀਂ ਮਤਲਬ ਕਿ ਕਿਸੇ ਨੂੰ ਕਹਿ ਦਿੰਦੇ ਹੋ ਕਿ ਅਪਲਾਈ ਕਰਕੇ ਦੇਖੋ ਕਿ ਵਾਕਈ ਇਕੋ ਹੈ, ਗੂੰਜ ਰਹੀ ਆਵਾਜ਼, ਫਿਰ ਜਦੋਂ ਤੁਸੀਂ ਉਹਨੂੰ ਦੂਰੀ ਨੂੰ ਮੇਜਰ ਕਰਨ ਵਾਸਤੇ ਦੱਸਦੇ ਹੋ, ਮੀਨਸ ਤੁਸੀਂ ਉਹਨੂੰ ਐਕਸਪੈਰੀਮੈਂਟ ਲਈ ਲੈ ਜਾਂਦੇ ਹੋ, ਤਾਂ ਫਿਰ ਉਦੋਂ ਤੁਸੀਂ ਉਹਨੂੰ ਅਪਲਾਈ ਕਰਕੇ ਦਿਖਾਉਂਦੇ ਹੋ, ਐਕਸਪੈਰੀਮੈਂਟ ਕਰਕੇ, ਇਵੈਲੂਏਟ ਕਰਕੇ। ਕਦੋਂ? ਜਦੋਂ ਵੀ ਤੁਸੀਂ ਸਾਰਾ ਐਕਸਪੈਰੀਮੈਂਟ ਕਰ ਲੈਂਦੇ ਹੋ, ਉਹਦਾ ਨਿਚੋੜ ਕੱਢ ਕੇ ਜਦੋਂ ਤੁਸੀਂ ਕਿਸੇ ਗ੍ਰਾਫ 'ਤੇ, ਕਿਸੇ ਆਪਣੀ ਪ੍ਰੈਕਟੀਕਲ ਬੁੱਕ 'ਤੇ ਲਿਖਦੇ ਹੋ, ਤਾਂ ਉਸ ਚੀਜ਼ ਨੂੰ ਫਿਰ ਤੁਸੀਂ ਇਵੈਲੂਏਟ ਕਰਦੇ ਹੋ। ਸੋ ਬੇਸਿਕਲੀ ਇਵੈਲੂਏਟ ਕਰਨਾ, ਮੁਲਾਂਕਣ ਕਰਨਾ, ਅਪਲਾਈ ਕਰਨਾ, ਲਾਗੂ ਕਰਨਾ, ਅੰਡਰਸਟੈਂਡਿੰਗ ਸਮਝਣਾ ਤੇ ਰਿਮੈਂਬਰਿੰਗ ਯਾਦ ਕਰਨਾ, ਇਹ 4 ਆਪਸ਼ਨਸ ਸੀਗੀਆਂ। ਅਸੀਂ ਪਹਿਚਾਨਣਾ ਸੀ ਕਿ ਸਪੀਡ, ਡਿਸਟੈਂਸ ਤੇ ਵੈਲੋਸਿਟੀ 'ਚ ਤੁਸੀਂ ਕਿਸੇ ਨੂੰ ਫਰਕ ਦੱਸ ਰਹੇ ਹੋ ਕੀ ਆ। ਵਾਟਰ ਵੇਸਟ ਮੈਨੇਜਮੈਂਟ ਭਾਵ ਕਿ ਗੰਦੇ ਪਾਣੀ ਦੇ ਪ੍ਰਬੰਧਨ ਨੂੰ ਲੈ ਕੇ ਤੁਹਾਡੀ ਕਲਾਸ ਦੇ ਵਿੱਚ ਕੁਛ ਚੱਲ ਰਿਹਾ ਹੈ, ਤੁਸੀਂ ਬੱਚਿਆਂ ਨੂੰ ਦੱਸਣਾ ਹੈ। ਇਹਦੇ ਲਈ ਕੀ ਹੋਊਗਾ? ਲੈਕਚਰ ਹੋਊਗਾ। ਸਹੀ ਤਰੀਕਾ ਕੀ ਹੋਊਗਾ ਕਿ ਤੁਸੀਂ ਬਹੁਤ ਸਾਰੇ ਤੱਥਾਂ ਤੋਂ ਸੋਰਸ ਕੱਢੋਗੇ। ਦੇਖੋ ਲੈਕਚਰ ਕੀ ਹੋਊਗਾ, ਵਾਟਰ ਮੈਨੇਜਮੈਂਟ 'ਤੇ ਕੋਈ ਲੇਖ ਲਿਖ ਦੂਗਾ, ਉਹਦਾ ਕੀ ਫਾਇਦਾ? ਇਸ ਤਰੀਕੇ ਦੇ ਟੌਪਿਕ ਨੂੰ ਦੱਸਣ ਲਈ ਤੁਹਾਨੂੰ ਸਭ ਤੋਂ ਵੱਧ ਕੀ ਕਰਨਾ ਪਊਗਾ? ਡਿਬੇਟ ਕਰਨੀ ਪਊਗੀ। ਡੈਮੋਸਟ੍ਰੇਸ਼ਨ ਦੇਣ ਦੀ ਲੋੜ ਤਾਂ ਹੈ ਜੇ ਤੁਸੀਂ ਕੋਈ ਇਹੋ ਜਿਹੀ ਚੀਜ਼ ਕਿਸੇ ਨੂੰ ਦੱਸਣੀ ਆ ਜਿਹੜੀ ਹਜੇ ਤੱਕ ਉਹਨਾਂ ਦੀ ਬੱਚਿਆਂ ਦੀ ਕਲਪਨਾ 'ਚ ਨਹੀਂ। ਤੁਸੀਂ ਗੰਦੇ ਪਾਣੀ ਦੇ ਪ੍ਰਬੰਧਨ ਦੀ ਗੱਲ ਕਰੋ, ਬੱਚਿਆਂ ਦੇ ਦਿਮਾਗ 'ਚ ਆਪਣੀ ਗਲੀ ਮਹੱਲਾ ਆ ਜਾਊਗਾ, ਉੱਥੇ ਡੈਮੋਸਟ੍ਰੇਸ਼ਨ ਦੇਣ ਦੀ ਲੋੜ ਹੀ ਨਹੀਂ, ਪ੍ਰਦਰਸ਼ਨ ਕਰਨ ਦੀ ਲੋੜ ਹੀ ਨਹੀਂ। ਡੈਮੋਸਟ੍ਰੇਸ਼ਨ ਦੇਣੀ ਪੈਂਦੀ ਆ ਉਦੋਂ ਜਦੋਂ ਤੁਸੀਂ ਬੱਚਿਆਂ ਨੂੰ ਇਹ ਸਮਝਾਉਣਾ ਹੈ ਕਿ ਜੇ ਅੱਗ ਲੱਗ ਗਈ ਤਾਂ ਕਿਵੇਂ ਬਚਣਾ ਹੈ।
ਉਹਦੀ ਕਲਪਨਾ ਕੋਈ ਨਹੀਂ ਕਰ ਸਕਦਾ, ਕਿਉਂਕਿ ਇਹੋ ਜਿਹਾ ਸੀਨ ਬੱਚੇ ਨੋਰਮਲ ਜ਼ਿੰਦਗੀ 'ਚ ਨਹੀਂ ਦੇਖਦੇ। ਤਾਂ ਉੱਥੇ ਉਹਨੂੰ ਡੈਮੋਸਟ੍ਰੇਸ਼ਨਾਂ ਦੀ ਲੋੜ ਪੈਂਦੀ, ਪ੍ਰਦਰਸ਼ਨ ਕਰਕੇ ਦਿਖਾਉਣ ਦੀ ਲੋੜ ਪੈਂਦੀ ਹੈ। ਜਿੱਥੇ ਸਾਨੂੰ ਐਂ ਲੱਗਦਾ ਹੈ ਕਿ ਜਿਵੇਂ ਸਾਇੰਸ ਦੇ ਬੱਚੇ ਆ, ਠੀਕ ਆ, ਉਹਨਾਂ ਨੂੰ ਪਤਾ ਨਹੀਂ ਕਿ ਕਿਹੜੇ ਪੱਤੇ ਪਾਣੀ 'ਚ ਪਾ ਕੇ ਜਾਂ ਇਸ 'ਚ ਪਾ ਕੇ ਕਿਹੜੇ ਰੰਗ ਦਾ ਬਣ ਜਾਂਦੇ ਆ, ਉੱਥੇ ਸਾਨੂੰ ਉਹਨਾਂ ਨੂੰ ਇਨਫੋਰਮੇਸ਼ਨ ਕਲੈਕਟ ਕਰਨ ਦੀ ਲੋੜ ਆ। ਲੈਕਚਰ ਉਸ ਚੀਜ਼ 'ਤੇ ਦੇਣ ਦੀ ਲੋੜ ਆ ਜਿਹੜੀ ਚੀਜ਼ ਹਜੇ ਬੱਚੇ ਦੀ ਜ਼ਿੰਦਗੀ 'ਚ ਅੱਗੇ ਆਉਣੀ ਆ। ਉਦਾਹਰਨ ਦੇ ਤੌਰ 'ਤੇ 8ਵੀਂ 12ਵੀਂ ਕਲਾਸ 'ਚ ਬੱਚਾ ਪੜ੍ਹ ਰਿਹਾ, ਤੁਸੀਂ 9ਵੀਂ ਕਲਾਸ ਵਾਲਿਆਂ ਨੂੰ ਦੱਸ ਰਹੇ ਹੋ, ਲੈਕਚਰ ਲਵਾਓ ਉਹਦੇ 'ਤੇ ਕਿ 10ਵੀਂ ਤੋਂ ਬਾਅਦ ਕੀ ਕਰ ਸਕਦੇ ਹੋ। ਭਵਿੱਖ 'ਚ ਆਉਣ ਵਾਲੀਆਂ ਚੀਜ਼ਾਂ ਲਈ ਤੁਸੀਂ ਲੈਕਚਰ ਦਿੰਦੇ ਹੋ, ਕਿਹੜੀਆਂ ਚੀਜ਼ਾਂ ਲਈ ਤੁਸੀਂ ਜਾਣਕਾਰੀ ਇਕੱਠੀ ਕਰਦੇ ਹੋ, ਕਿੱਥੇ ਤੁਸੀਂ ਉਹਨਾਂ ਨੂੰ ਬਹਿਸ ਦੇ ਮੋਡ 'ਚ ਲੈ ਕੇ ਜਾਂਦੇ ਹੋ ਅਤੇ ਕਿੱਥੇ ਪ੍ਰਦਰਸ਼ਨ ਕਰਕੇ ਦਿਖਾਉਂਦੇ ਹੋ। ਤੁਹਾਡੀ ਆਪਣੀ ਸਮਝ ਵੀ ਹੋਰ ਵਧੀ ਹੋਊਗੀ ਜ਼ਰੂਰ, ਠੀਕ ਆ। ਡਿਬੇਟ ਕੀ ਚੀਜ਼ ਆ? ਲੈਬੋਰਟਰੀ ਐਕਸਪੈਰੀਮੈਂਟ, ਜੋ ਤੁਹਾਡਾ ਪ੍ਰਯੋਗਸ਼ਾਲਾ 'ਚ ਹੋਏ ਗਏ ਤਜਰਬੇ, ਉਹ ਕਿਹਦੇ 'ਚ ਆਉਂਦੇ ਆ? ਆਡੀਓ ਏਡ ਜਾਂ ਵੀਡੀਓ ਏਡਸ ਤਾਂ ਆਉਂਦੇ ਨਹੀਂ, ਉਹ ਤਾਂ ਐਕਟੀਵਿਟੀ ਇੱਕ ਪ੍ਰਕਾਰ ਦੀ ਜੋ ਅਸੀਂ ਲੈਬੋਰਟਰੀ 'ਚ ਕਰਦੇ ਹਾਂ। ਬੇਸਿਕਲੀ ਉਹ ਆਪਣੇ ਆਪ 'ਚ ਇੱਕ ਐਕਟੀਵਿਟੀ ਹੈ, ਇੱਕ ਇਸ ਤਰੀਕੇ ਦੀ ਕਿਰਿਆ ਹੈ, ਠੀਕ ਆ। ਸੋ ਖੈਰ ਇਹ ਤਾਂ ਮੈਨੂੰ ਲੱਗਦਾ ਬਹੁਤ ਸੌਖੀ ਆ। ਅਗਲਾ ਸਵਾਲ ਆ ਗਿਆ, ਕਿਹੜੀ ਪੈਡੋਲੋਜੀਕਲ ਅਪਰੋਚ, ਮਤਲਬ ਕਿ ਕਿਹੜੀ ਪੜ੍ਹਾਉਣ ਦੀ ਅਪਰੋਚ ਜਿਹੜੀ ਆ ਉਹ ਸਾਇੰਸ ਸਕੂਲਾਂ ਵਾਸਤੇ, ਸਾਇੰਸ ਦੇ ਵਿੱਚ ਟੀਚਿੰਗ 'ਚ ਸਭ ਤੋਂ ਵੱਧ ਕਾਰਗਰ ਆ? ਮਲਟੀਪਲ ਇੰਟੈਲੀਜੈਂਸ ਅਪਰੋਚ, ਫੀਲਡ ਟ੍ਰਿਪ, ਲੈਬੋਰਟਰੀ ਵਰਕ ਕਿ ਇਨਕੁਆਇਰੀ ਬੇਸਡ ਅਪਰੋਚ? ਵੈਸੇ ਦੇਖੋ ਲੈਬੋਰਟਰੀ ਵਰਕ ਵੀ ਸਾਇੰਸ ਲਈ ਬਹੁਤ ਜ਼ਰੂਰੀ ਆ, ਪਰ ਸਭ ਤੋਂ ਬੈਸਟ ਆਪਸ਼ਨ ਇਨਕੁਆਇਰੀ ਬੇਸਡ ਅਪਰੋਚ ਆ। ਬੱਚੇ 'ਚ ਤਰਕ ਸੰਗਤਾ, ਬੱਚੇ 'ਚ ਐਵੇਂ ਦੀ ਸੋਚ ਅਪਰੋਚ ਪੈਦਾ ਕਰ ਦੇਣੀ ਕਿ ਉੱਠ ਕੇ ਸਵਾਲ ਪੁੱਛੇ। ਅਸੀਂ ਅਕਸਰ ਕਹਿ ਦਿੰਦੇ ਹੁੰਦੇ, ਗੁੱਸਾ ਨਾ ਕਰਨ ਬਾਕੀ, ਕਿ ਸਾਇੰਸ ਵਾਲੇ ਬੱਚੇ ਜਿਹੜੇ ਆ ਉਹ ਕਿਉਂ ਮਤਲਬ ਕਿ ਵਧੀਆ ਪਰਫਾਰਮ ਕਰ ਜਾਂਦੇ ਆ ਜਦੋਂ ਕਿ ਕੰਪੀਟੀਸ਼ਨ ਦੀਆਂ ਪੜ੍ਹਾਈਆਂ ਪੜ੍ਹਦੇ ਆ। ਵਜ੍ਹਾ ਹੀ ਇਹਦੀ ਆ ਕਿ ਉਹਨਾਂ ਦੇ ਵਿੱਚ ਨਾ ਤਰਕਵਾਦ, ਇਨਕੁਆਇਰੀ, ਰੈਸ਼ਨੈਲਿਟੀ, ਤਰਕ ਹੋਣ ਦੀ, ਇਨਕੁਆਇਰੀ ਪੜਤਾਲ ਕਰਨ ਦੀ ਜਿਹੜੀ ਲਗਨ ਆ ਨਾ, ਚਿਣਕ ਲੱਗ ਜਾਂਦੀ ਆ, ਉਹ ਫਿਰ ਹੋਰ ਕਿਤੇ ਨਹੀਂ ਲੱਗਦੀ। ਸੋ ਨੈਸ਼ਨਲ ਕਰਿਕੂਲਮ ਫਰੇਮਵਰਕ 2005 ਜਿਹੜਾ ਹੈ, ਮਤਲਬ ਕਿ ਰਾਸ਼ਟਰੀ ਪਾਠਕ੍ਰਮ ਫਰੇਮਵਰਕ ਜਿਹੜਾ 2005, ਉਹ ਵੀ ਇਹੀ ਕਹਿੰਦਾ ਹੈ ਕਿ ਪੁੱਛ ਪੜਤਾਲ ਜਿਹੜੀ ਆ ਨਾ, ਜਾਂ ਇਸ ਚੀਜ਼ 'ਤੇ ਐਮਫੈਸਾਈਜ਼ ਕਰਨਾ ਸਾਇੰਸ ਲਈ ਜ਼ਰੂਰੀ ਵੀ ਬਹੁਤ ਆ। ਖੈਰ ਅੱਗੇ ਆ ਜਾਓ। 114ਵਾਂ ਸਵਾਲ ਕਹਿੰਦਾ, ਇਹਨਾਂ 'ਚੋਂ ਕਿਹੜੀ ਪੜ੍ਹਾਈ ਦਾ ਤਰੀਕਾ ਜਿਹੜਾ ਹੈ ਉਹ ਸੰਖੇਪ ਨਾ ਹੋ ਕੇ ਰਚਨਾਤਮਕ ਆ? ਤਾਂ ਦੇਖੋ ਸਭ ਤੋਂ ਇੰਪੋਰਟੈਂਟ ਆ ਸੰਰਚਨਾਵਾਦੀ ਤਰੀਕਾ, ਜਿਹਨੂੰ ਅਸੀਂ ਕੰਸਟਰਕਟਿਵਿਸਟ ਕਹਿ ਦਿੰਦੇ ਹਾਂ। ਸੋ ਇਹ ਤਰੀਕਾ, ਇਸ ਤਰੀਕੇ ਨੂੰ ਸਮਝਣ ਤੋਂ ਪਹਿਲਾਂ ਮੈਂ ਥੋੜ੍ਹੀ ਜਿਹੀ ਇੱਕ ਗੱਲ ਹੋਰ ਕਲੀਅਰ ਕਰਦਾ। ਦੇਖੋ ਬੇਸਿਕਲੀ ਕੰਸਟਰਕਟਿਵਿਸਟ ਅਪਰੋਚ ਦਾ ਮਤਲਬ ਕੀ ਆ ਕਿ ਕਿਸੇ ਵੀ ਸਟੂਡੈਂਟ ਨੂੰ ਰਚਨਾਤਮਕ ਤਰੀਕੇ ਨਾਲ, ਉਹਨੂੰ ਸਿਰਫ ਇਸ ਤਰੀਕੇ ਨਾਲ ਨਹੀਂ ਕਿ ਉਹਦੇ 'ਚ ਕੀ ਆ ਜਾਂ ਕੀ ਕਮੀ ਆ, ਉਹਨੂੰ ਬੜਾ ਲੌਜੀਕਲੀ ਸਮਝਾਉਣਾ। ਇਹਦਾ ਮਕਸਦ ਹੀ ਇਹ ਹੁੰਦਾ ਕਿ ਕਿਸੇ ਸਟੂਡੈਂਟ ਦੀ ਜਿਹੜੀ ਕੁਆਲਿਟੀ ਆ ਉਹਨੂੰ ਇੰਪਰੂਵ ਕਰ ਦੇਣਾ, ਅਤੇ ਜਿਹਦੇ 'ਚ ਉਸ ਬੱਚੇ ਦੀਆਂ ਮਜਬੂਰੀਆਂ ਨੂੰ ਸਮਝ ਕੇ ਜਾਂ ਉਹਦੇ ਤਰਕ ਨੂੰ ਸਮਝ ਕੇ ਉਹਨੂੰ ਰਿਸਪੌਂਡ ਕਰਨਾ। ਸੋ ਇਹ ਮੁਲਾਂਕਣ ਲਈ ਸਭ ਤੋਂ ਵਧੀਆ ਤਰੀਕਾ ਹੁੰਦਾ ਹੈ ਸੰਰਚਨਾਵਾਦੀ ਪਹੁੰਚ, ਜਾਂ ਜਿਹਨੂੰ ਆਪਾਂ ਕੰਸਟਰਕਟਿਵਿਸਟ ਅਪਰੋਚ ਕਹਿ ਦਿੰਦੇ ਹਾਂ। ਇਹ ਸਾਇੰਸ ਸਟੂਡੈਂਟਸ ਵਾਸਤੇ ਬਹੁਤ ਜ਼ਰੂਰੀ ਹੈ। ਅੱਗੇ ਹੇਠ ਲਿਖਿਆਂ 'ਚੋਂ ਕਿਹੜਾ ਕੰਮ ਜਿਹੜਾ ਹੈ ਉਹ ਸਾਧਕ ਸਿੱਖਿਆ ਹੈ? ਹੁਣ ਦੇਖੋ ਸਾਧਕ ਸਿੱਖਿਆ ਹੁੰਦੀ ਕੀ ਆ? ਸਾਧਕ ਸਿੱਖਿਆ ਇਹਨਾਂ 'ਚੋਂ ਕਿਸ ਪ੍ਰਕਾਰ ਦੇ ਲੱਛਣ ਆ? ਇੱਕ ਕੀ ਉਹ ਇੰਸਟਰਕਸ਼ਨਲ, ਨੈਗੇਟਿਵ ਆ, ਇੰਪੈਰੇਟਿਵ ਆ ਕਿ ਥਿਓਰੈਟੀਕਲ ਆ? ਪਹਿਲੀ ਗੱਲ ਇਹ ਆ ਕਿ ਸਾਨੂੰ ਸਾਧਕ ਸਿੱਖਿਆ ਤੋਂ ਪਹਿਲਾਂ ਇੱਕ ਸ਼ਬਦ ਹੋਰ ਪਤਾ ਹੋਣਾ ਜ਼ਰੂਰੀ ਆ। ਦੇਖੋ ਦੋ ਚੀਜ਼ਾਂ ਹੁੰਦੀਆਂ, ਨਿਦਾਤਮਕ ਸਿੱਖਿਆ ਅਤੇ ਇੱਕ ਸਾਧਕ ਸਿੱਖਿਆ। ਨਿਦਾਨਾਤਮਕ ਸਿੱਖਿਆ ਡਾਇਗਨੋਸਟਿਕ ਸਟੱਡੀਜ਼ ਜਾਂ ਟੈਸਟਿੰਗ ਕੀ ਹੁੰਦੀ ਆ? ਤੁਸੀਂ ਆਪਣੀ ਕਲਾਸ 'ਚ ਬੈਠੇ, ਤੁਹਾਨੂੰ ਆਪਣੀ ਕਲਾਸ ਦੇ ਵਿੱਚ ਤੁਸੀਂ ਨੋਰਮਲ ਬੱਚਿਆਂ ਦੇ ਪੇਪਰ ਲਏ, ਐਵੈਲੂਏਟ ਕੀਤਾ, ਅਤੇ ਤੁਹਾਨੂੰ ਇੱਕ ਗੱਲ ਪਤਾ ਲੱਗ ਗਈ ਕਿ ਫਲਾਣਾ ਬੱਚਾ ਇਸ ਵਿਸ਼ੇ 'ਚ ਕਮਜ਼ੋਰ ਆ। ਕਹਿੰਦੇ ਜਦੋਂ ਤੁਸੀਂ ਸਟੂਡੈਂਟ ਨੂੰ ਕਿਸੇ ਐਡੀਸ਼ਨਲ ਚੀਜ਼ ਦੀ ਲੋੜ ਹੁੰਦੀ ਆ, ਉਹਨੂੰ ਪਤਾ ਕਰਨਾ ਕਿ ਉਹ ਬੱਚਾ ਕਮਜ਼ੋਰ ਕਿੱਥੇ ਆ, ਡਾਇਗਨੋਜ਼ ਕਰਨਾ, ਉਹਦੀ ਆਇਡੈਂਟੀਫਿਕੇਸ਼ਨ, ਉਹਦੀ ਪਹਿਚਾਣ ਕਰਨੀ, ਤਾਂ ਡਾਇਗਨੋਸਟਿਕ ਟੈਸਟਿੰਗ ਆ। ਇਸ ਤੋਂ ਬਾਅਦ ਜਿਹੜੀ ਰੈਮੀਡੀਅਲ ਟੀਚਿੰਗ ਆ, ਬੇਸਿਕਲੀ ਰੈਮੀਡੀਅਲ ਟੀਚਿੰਗ ਦਾ ਮਤਲਬ ਹੋ ਗਿਆ ਆਪਣੇ ਕੋਲ ਕਿ ਸਾਧਕ ਸਿੱਖਿਆ, ਜਾਂ ਜਿਹਨੂੰ ਅਸੀਂ ਉਪਚਾਰਕ ਸਿੱਖਿਆ ਵੀ ਕਹਿ ਦਿੰਦੇ ਹਾਂ। ਸਾਧਕ ਸਿੱਖਿਆ ਦਾ ਮਤਲਬ ਆ ਕਿ ਜਿੱਥੇ ਉਸ ਬੱਚੇ 'ਚ ਡਾਇਗਨੋਜ਼ ਹੋ ਗਿਆ, ਪਹਿਚਾਣ ਲਿਆ ਗਿਆ ਕਿ ਆਹ ਕਮੀ ਆ, ਉਹਨੂੰ ਫਿਰ ਐਡਰੈਸ ਕਰਕੇ ਇੰਸਟਰਕਸ਼ਨਸ ਦੇ ਮਾਧਿਅਮ ਨਾਲ ਬੋਲ ਕੇ, ਉਹਨੂੰ ਸਮਝਾ ਕੇ, ਠੀਕ ਆ, ਫਿਰ ਅਗਲੇ ਬੱਚੇ ਦੇ ਸਾਰੇ ਡਾਊਟ ਕਲੀਅਰ ਕਰਾਉਣਾ। ਸੋ ਰੈਮੀਡੀਅਲ ਟੀਚਿੰਗ ਜਿਹੜੀ ਆ, ਜਿਹਨੂੰ ਅਸੀਂ ਸਾਧਕ ਸਿੱਖਿਆ ਕਹਿ ਦਿੰਦੇ ਹਾਂ ਜਾਂ ਉਪਚਾਰਕ ਸਿੱਖਿਆ ਕਹਿ ਦਿੰਦੇ ਹਾਂ। ਸੋ ਇਹ ਇੱਕ ਇੰਸਟਰਕਸ਼ਨਲ ਅਪਰੋਚ ਆ, ਇੱਕ ਸਿੱਖਿਆਤਮਕ ਪਹੁੰਚ ਆ, ਜਿਹਦੇ 'ਚ ਅਸੀਂ ਡਾਇਗਨੋਜ਼ ਨਹੀਂ ਕਰਦੇ, ਅਸੀਂ ਡਾਇਗਨੋਜ਼ ਹੋਏ ਬੱਚੇ ਨੂੰ, ਜਿਸ ਬੱਚੇ ਦੀ ਪਹਿਚਾਣ ਹੋ ਚੁੱਕੀ ਆ ਕਿ ਉਹਦੇ 'ਚ ਆ ਕਮੀਆਂ ਏ, ਉਹਨਾਂ ਕਮੀਆਂ ਨੂੰ ਦੂਰ ਕਰਨ ਵਾਸਤੇ ਇੱਕ ਏਜੰਡਾ ਬਣਾਉਣੇ ਆ, ਅਤੇ ਇੰਸਟਰਕਸ਼ਨਲ ਤਰੀਕੇ ਨਾਲ ਕਿ ਤੂੰ ਬੱਚੇ ਆਹ ਕਰ, ਤੂੰ ਐਵੇਂ ਕਰ, ਤੈਨੂੰ ਐਵੇਂ ਕਰਾਵਾਂਗੇ, ਤੂੰ ਆਹ ਕੰਪਲੀਟ ਕਰ, ਫਿਰ ਆਹ ਕਰੀ। ਇਹਨੂੰ ਕਹਿੰਦੇ ਆ ਇੰਸਟਰਕਸ਼ਨਲ ਅਪਰੋਚ। ਭਾਵ ਕਿ
ਇੱਕ ਸਿੱਖਿਆਤਮਕ ਪਹੁੰਚ। ਸੋ ਇਹ ਆਪਣੇ ਆਪ ਦੇ ਵਿੱਚ ਜੇ ਕੋਈ ਪੁੱਛੇ ਕਿ ਜਿਹੜੀ ਆਪਣੀ ਰੈਮੀਡੀਅਲ ਟੀਚਿੰਗ ਆ ਇਹ ਕੀ ਆ, ਇਹ ਇੱਕ ਇੰਸਟਰਕਸ਼ਨਲ ਅਪਰੋਚ ਆ ਜਿਹਦੇ 'ਚ ਅਸੀਂ ਬੇਸਿਕਲੀ ਇਸ ਚੀਜ਼ 'ਤੇ ਜ਼ੋਰ ਦਿੰਦੇ ਆ ਕਿ ਜਿਹੜਾ ਬੱਚਾ ਡਾਇਗਨੋਜ਼ ਹੋ ਗਿਆ ਕਿ ਉਹ ਕਮਜ਼ੋਰ ਆ, ਉਹਨੂੰ ਹਦਾਇਤਾਂ ਦੇ ਦੇ ਕੇ ਕਿ ਬੱਚੇ ਆਹ ਕਰਕੇ ਆ, ਅੱਜ ਤੂੰ ਸਿਰਫ ਇੰਨਾ ਕਰਕੇ ਆਉਣਾ, ਬਾਕੀ ਆਹ ਕਰਕੇ ਆਉਣਗੇ, ਤੂੰ ਸਿਰਫ ਇੰਨਾ। ਸੋ ਬੈਸਟ ਹਦਾਇਤਾਤਮਕ ਵੀ ਕਹਿ ਦਿੰਦੇ ਇਹਨੂੰ ਆਪਾਂ। ਸੋ ਨੈਕਸਟ ਅੱਗੇ ਆ ਜਾਓ। ਵਿਚ ਅਮੰਗ ਦੀ ਫੋਲੋਇੰਗ ਇਜ਼ ਆਰ ਨਾਟ ਕਰੈਕਟਰਿਸਟਿਕ ਆਫ ਗੁੱਡ ਇਵੈਲੂਏਸ਼ਨ ਟੂਲ। ਜਦੋਂ ਆਪਾਂ ਕਿਸੇ ਦਾ ਮੁਲਾਂਕਣ ਕਰਦੇ ਹਾਂ ਤਾਂ ਅਸੀਂ ਕਿਸੇ ਵੀ ਆਨਸਰ ਨੂੰ ਵੀ ਮੁਲਾਂਕਣ ਕਰਨਾ ਹੋਵੇ ਤਾਂ ਸਭ ਤੋਂ ਵੱਡੀ ਚੀਜ਼ ਅਸੀਂ ਦੇਖਦੇ ਹਾਂ ਕਿ ਕੀ ਉਹ ਆਨਸਰ ਭਰੋਸੇਯੋਗਤਾ 'ਤੇ ਉਤਰਦਾ ਹੈ, ਕੀ ਉਹ ਆਨਸਰ ਪ੍ਰਮਾਣਿਕਤਾ 'ਤੇ ਸਹੀ ਹੈ, ਕੀ ਉਸ ਆਨਸਰ 'ਚ ਵਾਸਤਵਿਕਤਾ ਹੈਗੀ ਆ। ਉਹ ਆਨਸਰ ਜਿਹੜਾ ਏ ਆਹ ਤਿੰਨ ਚੀਜ਼ਾਂ 'ਤੇ ਤਾਂ ਉਸ ਆਨਸਰ ਦੇ ਵਿੱਚ ਕੋਈ ਇਨਬਿਲਟ ਯੋਗਤਾ ਹੋਵੇ ਇਹ ਜ਼ਰੂਰੀ ਨੀਗਾ। ਮਤਲਬ ਅਸੀਂ ਜਦੋਂ ਵੀ ਕਿਸੇ ਬੱਚੇ ਤੋਂ ਆਨਸਰ ਲਿਖਵਾਉਂਦੇ ਅਸੀਂ ਇਹ ਨਹੀਂ ਕਹਿੰਦੇ ਕਿ ਉਸ ਬੱਚੇ ਦਾ ਆਨਸਰ ਇਨਬਿਲਟ ਅੰਦਰੋਂ ਹੀ ਇੰਨਾ ਸੋਹਣਾ ਲਿਖਿਆ ਹੋਵੇ ਕਿ ਪਹਿਲੇ ਦਿਨ ਹੀ ਉਹ 100 ਨੰਬਰ ਦਾ ਹੋ ਜੇ। ਨਹੀਂ, ਇੱਕ ਆਨਸਰ 'ਚ, ਚੰਗੇ ਆਨਸਰ 'ਚ ਸਭ ਤੋਂ ਵੱਡੀ ਚੀਜ਼ ਆ ਕਿ ਭਰੋਸੇਯੋਗਤਾ ਹੈਗੀ ਆ, ਕਿ ਵਾਕਈ ਕੀ ਉਸ ਆਨਸਰ ਦੇ ਵਿੱਚ ਜੋ ਗੱਲਾਂ ਕਹੀਆਂ ਗਈਆਂ ਏ ਉਹ ਤੱਥਾਂ ਦੇ ਆਧਾਰ 'ਤੇ ਸਹੀ ਨੇ, ਕੀ ਉਹ ਆਨਸਰ ਦੇ ਵਿੱਚ ਓਬਜੈਕਟਿਵਿਟੀ, ਕੀ ਉਹ ਜਿਸ ਮਕਸਦ ਨੂੰ ਲੈ ਕੇ ਲਿਖਿਆ ਗਿਆ ਉਸ ਮਕਸਦ ਨੂੰ ਪੂਰਾ ਕਰਦਾ ਹੈ। ਸੋ ਉਹਦੇ 'ਚ ਇਨਬਿਲਟ ਯੋਗਤਾ, ਪੁਰਾਣੀ ਹੀ ਕੋਈ ਯੋਗਤਾ ਹੋਵੇ ਉਹਦੇ 'ਚ, ਮਤਲਬ ਕਿ ਉਸ ਆਨਸਰ ਨੂੰ ਇੱਕ ਲੇਖ ਦੇ ਰੂਪ 'ਚ ਜਾਂ ਕਿ ਬੜੇ ਲਿਟਰੇਚਰ ਦੇ ਰੂਪ 'ਚ ਹੋਵੇ, ਐਵੇਂ ਦੀ ਯੋਗਤਾ ਦੀ ਸਾਨੂੰ ਕੋਈ ਲੋੜ ਨਹੀਂ ਹੁੰਦੀ। ਇੱਕ ਚੰਗੇ ਆਨਸਰ ਵਾਸਤੇ ਕਿਹੜਾ ਟੂਲ ਨਹੀਂਗਾ, ਐਪਟੀਟਿਊਡ ਕੋਈ ਟੂਲ ਨਹੀਂ ਹੈਗਾ। ਰਿਲਾਇਬਿਲਿਟੀ ਭਾਵ ਭਰੋਸੇਯੋਗਤਾ, ਉਸ ਆਨਸਰ ਦੇ ਤੱਥ ਵੈਲਿਡ ਹੋਣੇ ਚਾਹੀਦੇ ਆ ਅਤੇ ਉਹ ਆਪਣੇ ਮਕਸਦ ਨੂੰ ਲੈ ਕੇ ਪੂਰਾ ਉਦੇਸ਼ਿਤ ਹੋਣਾ ਚਾਹੀਦਾ ਹੈ, ਭਾਵ ਕਿ ਵਾਸਤਵਿਕਤਾ ਦੇ ਆਨਸਰ ਬਹੁਤ ਨੇੜੇ ਹੋਣਾ ਚਾਹੀਦਾ ਹੈ। ਦੀਜ਼ ਆਰ ਦੀ ਮੇਨ ਟੂਲਸ ਫॉर ਇਵੈਲੂਏਸ਼ਨ। ਇਵੈਲੂਏਸ਼ਨ ਵਾਸਤੇ ਆਹ ਕੁਛ ਮੇਨ ਟੂਲ ਹੁੰਦੇ ਆ, ਠੀਕ ਆ। ਵੈਲਿਡਿਟੀ ਹੋਣੀ ਚਾਹੀਦੀ ਆ, ਉਹ ਆਨਸਰ 'ਚ ਓਬਜੈਕਟਿਵਿਟੀ ਹੋਣੀ ਚਾਹੀਦੀ ਹੈ, ਰਿਲਾਇਬਿਲਿਟੀ ਅਤੇ ਡਾਇਗਨੋਸਿਟੀ, ਮਤਲਬ ਕਿ ਉਹ ਆਨਸਰ ਜਿਸ ਮਕਸਦ ਵਾਸਤੇ ਉਹਨੂੰ ਪਹਿਚਾਣਦਾ ਹੋਵੇ ਕਿ ਅੱਛਾ ਇਹ ਮਕਸਦ ਸੀਗਾ ਅਤੇ ਉਹਦੀ ਪਹਿਚਾਣ ਕਰ ਸਕਦਾ ਹੋਵੇ। ਸੋ ਇਹ 4 ਕਰੈਕਟਰਿਸਟਿਕ ਤਾਂ ਬਹੁਤ ਜ਼ਰੂਰੀ ਨੇ। ਸਵਾਲ ਨੰਬਰ 117 ਬੜਾ ਸਿੰਪਲ ਜਿਹਾ ਹੈ। 3 ਕੰਟੇਨਰਾਂ 'ਚ ਪਾਣੀ ਲਿਆ, ਪਹਿਲੇ 'ਚ NaOH, ਦੂਜੇ 'ਚ ਸਲਫਿਊਰਿਕ ਆਪਣਾ ਕਾਪਰ ਸਲਫੇਟ ਅਤੇ ਤੀਜੇ ਦੇ ਵਿੱਚ ਕੁਛ ਸੋਡੀਅਮ ਕਲੋਰਾਈਡ ਪਾਇਆ। ਪਹਿਲੇ ਦੋਵਾਂ ਦੇ ਵਿੱਚ ਕਹਿੰਦੇ ਕੀ ਹੋਇਆ ਟੈਂਪਰੇਚਰ ਜਿਹੜਾ ਇਨਕਰੀਜ਼ ਹੋਇਆ ਹੈ। ਪਹਿਲੇ ਦੋਵਾਂ 'ਚ ਟੈਂਪਰੇਚਰ ਇਨਕਰੀਜ਼ ਹੋਇਆ, ਮਤਲਬ ਹੀਟ ਰਿਲੀਜ਼ ਹੋਈ ਆ, ਅੰਦਰੋਂ ਗਰਮੀ ਬਾਹਰ ਨਿਕਲੀ ਆ, ਮਤਲਬ ਐਗਜ਼ੋਥਰਮਿਕ ਰਿਐਕਸ਼ਨ ਆ। ਕਿਹੜੀਆਂ? ਐਗਜ਼ੋਥਰਮਿਕ, ਹੀਟ ਰਿਲੀਜ਼, ਹੀਟ ਤਾਪ ਜਿਹੜਾ ਹੈ ਉਹ ਬਾਹਰ ਨਿਕਲਿਆ ਹੈ। ਤੀਸਰੇ ਦੇ ਵਿੱਚ ਟੈਂਪਰੇਚਰ ਡਾਊਨ ਗਿਆ ਹੈ, ਇਹਦਾ ਮਤਲਬ ਹੀਟ ਦੀ ਲੋੜ ਪਈ ਆ, ਬਾਹਰੋਂ ਲੋੜ ਪਈ ਤਾਂ ਹੀ ਤਾਂ ਆਲਾ ਦੁਆਲਾ ਠੰਡਾ ਹੋ ਗਿਆ। ਹੀਟ ਰਿਕਵਾਇਰਡ, ਤਾਪ ਦੀ ਜ਼ਰੂਰਤ ਪਈ ਸੀਗੀ। ਸੋ ਇਹ ਐਂਡੋਥਰਮਿਕ ਰਿਐਕਸ਼ਨ ਆ। ਸਵਾਲ ਕੀ ਆ? ਕਹਿੰਦਾ A ਤੇ B 'ਚ ਐਗਜ਼ੋਥਰਮਿਕ ਪ੍ਰੋਸੈਸ ਸੀ, ਬਿਲਕੁਲ ਸਹੀ। A ਤੇ B 'ਚ ਐਂਡੋਥਰਮਿਕ ਪ੍ਰੋਸੈਸ ਸੀ, ਬਿਲਕੁਲ ਗਲਤ, ਠੀਕ ਆ। C ਦੇ ਵਿੱਚ ਐਗਜ਼ੋਥਰਮਿਕ ਸੀ, ਬਿਲਕੁਲ ਗਲਤ। C 'ਚ ਐਂਡੋਥਰਮਿਕ ਸੀ। 1 ਐਂਡ 4, 1 ਐਂਡ 4 ਆਨਸਰ ਆ ਗਿਆ। ਕੁਛ ਵੀ ਨਹੀਂ ਸੀਗਾ, ਐਡਾ ਵੱਡਾ ਸਵਾਲ ਪਾਇਆ ਅਤੇ ਕਈ ਵਾਰੀ ਐਂ ਨਹੀਂ ਲੱਗਦਾ ਹੁੰਦਾ ਕਿ ਬੇਮਤਲਬ ਜੇ ਤੋਂ ਪਾਤਾ, ਬਸ ਅਸੀਂ ਕੀ ਕੀਤਾ, ਪੜ੍ਹਿਆ ਹੀ ਨਹੀਂ ਸੀਗਾ ਸਵਾਲ ਨੂੰ ਅਤੇ ਡਰ ਗਏ। ਫਿਰ ਵੀ ਮੈਂ ਤੁਹਾਡੇ ਵਾਸਤੇ ਇਹਦੀ ਪ੍ਰੋਪਰ ਐਕਸਪਲੇਨੇਸ਼ਨ ਤਿਆਰ ਕੀਤੀ ਹੋਈ ਹੈ। ਕਹਿੰਦੇ ਸਾਡੀ ਬੋਡੀ ਦਾ ਜਿਹੜਾ ਐਵਰੇਜ ਬਲੱਡ ਉਹ ਆ, ਮਤਲਬ ਕਿ ਕਹਿ ਲਓ pH ਰੇਂਜ ਸਾਡੀ ਬੋਡੀ ਦੀ ਉਹ ਕਿੰਨੀ ਆ। ਸੋ ਇਹ ਤੁਸੀਂ ਮੈਨੂੰ ਦੱਸ ਦੋਗੇ ਕਿ ਰੇਂਜ ਕਿੰਨੀ ਹੈ। ਮੈਂ ਤੁਹਾਨੂੰ ਜਸਟ ਸਿੰਪਲ ਜੀ ਗੱਲ, ਦੇਖੋ ਲਾਸਟ 'ਚ ਇੱਕ ਸਵਾਲ ਆ, ਆਪਣੀ ਬੋਡੀ ਦਾ ਨੋਰਮਲ pH, ਬਹੁਤ ਫਰੀਕੁਐਂਟਲੀ ਸਿੰਪਲ ਜਿਹਾ ਸਵਾਲ ਹੁੰਦਾ ਹੈ। ਆਹ ਜ਼ਰੂਰ ਪੜ੍ਹ ਲਿਓ pH ਟੇਬਲ, ਕਿ pH ਟੇਬਲ ਦੇ ਵਿੱਚ ਆ ਦੇਖੋ, ਇਹਨੂੰ ਇਹ ਈਵਨ ਕਿ ਤੁਹਾਡੇ ਨਾਲ ਸ਼ੇਅਰ ਵੀ ਕਰੂੰਗਾ ਮੈਂ, ਠੀਕ ਆ। ਸੋ ਇਸ ਸਵਾਲ ਦਾ ਇੱਕ ਆਸਾਨ ਜਿਹਾ ਸਵਾਲ ਨਹੀਂ, ਇਹ ਔਖਾ ਥੋੜ੍ਹਾ ਜਿਹਾ, ਨਹੀਂ ਤਾਂ pH ਵਾਲੇ ਸਵਾਲ ਦਾ ਜਵਾਬ ਤਾਂ ਦੇ ਦੋਗੇ, ਕੁਛ ਤਾਂ ਸਰਚ ਕਰ ਲਓਗੇ। ਇਸ ਸਵਾਲ 'ਤੇ ਆਪਾਂ ਜਾਂਦੇ ਹਾਂ 19ਵਾਂ ਸਵਾਲ, ਠੀਕ ਆ। ਕਹਿੰਦੇ 4 ਤੱਤ ਨੇ, ਐਲੀਮੈਂਟ ਨੇ, ਜ਼ਿੰਕ, ਆਇਰਨ, ਮੈਗਨੀਸ਼ੀਅਮ ਅਤੇ ਸੋਡੀਅਮ। ਇਹਨਾਂ 4 ਮੈਟਲਾਂ ਨੂੰ, ਇਹਨਾਂ 4 ਧਾਤੂਆਂ ਨੂੰ ਰਿਐਕਟੀਵਿਟੀ ਦੇ ਘਟਦੇ ਕ੍ਰਮ ਚ ਲਾਉਣਾ ਹੈ। ਘਟਦੇ ਕ੍ਰਮ ਚ ਲਾਉਣ ਦਾ ਮਤਲਬ ਇਹ ਹੈ ਕਿ ਇਹਨਾਂ 'ਚੋਂ ਕਿਹੜਾ ਜ਼ਿਆਦਾ ਪਾਣੀ ਦੇ ਨਾਲ ਮਤਲਬ ਕਿ ਕਿਰਿਆਸ਼ੀਲ ਆ ਅਤੇ ਕਿਹੜਾ ਘੱਟ ਕਿਰਿਆਸ਼ੀਲ ਆ। ਮੈਨੂੰ ਨਹੀਂ ਪਤਾ ਕਿ ਤੁਸੀਂ ਪੀਰੀਓਡਿਕ ਟੇਬਲ ਬਾਰੇ ਜਾਣਦੇ ਹੋ ਕਿ ਨਹੀਂ ਜਾਣਦੇ, ਪਰ ਪੀਰੀਓਡਿਕ ਟੇਬਲ 'ਚ ਅਸੀਂ ਅਕਸਰ ਇੱਕ ਗੱਲ ਪੜ੍ਹਦੇ ਹੁੰਦੇ ਹਾਂ ਕਿ ਜਿਵੇਂ ਜਿਵੇਂ ਅਸੀਂ ਥੱਲੇ ਨੂੰ ਇੱਧਰ ਜਾਈ ਜਾਵਾਂਗੇ ਸਾਡੀ ਰਿਐਕਟੀਵਿਟੀ ਵੱਧਦੀ ਆ, ਥੱਲੇ ਨੂੰ ਜਾਈ ਜਾਵਾਂਗੇ ਰਿਐਕਟੀਵਿਟੀ ਘਟਦੀ ਆ। ਸੋ ਟੈਕਨੀਕਲੀ ਜੇ ਅਸੀਂ ਇਹ ਦੇਖੀਏ ਕਿ ਇੱਧਰ ਨੂੰ ਜਾਈ ਜਾਵਾਂਗੇ ਰਿਐਕਟੀਵਿਟੀ ਘਟਦੀ ਆ, ਥੱਲੇ ਨੂੰ ਜਾਈ ਜਾਵਾਂਗੇ ਰਿਐਕਟੀਵਿਟੀ ਵੱਧਦੀ ਆ।
ਕਿਰਿਆਸ਼ੀਲਤਾ ਵੱਧਦੀ ਆ। ਹੁਣ ਐਟੋਮਿਕ ਸਟਰਕਚਰ ਵਾਲੇ ਚੈਪਟਰ 'ਚ, ਪੀਰੀਓਡਿਕ ਟੇਬਲ ਵਾਲੇ ਚੈਪਟਰ 'ਚ ਆਪਾਂ ਬਹੁਤ ਕੁਝ ਪੜ੍ਹਦੇ ਹਾਂ। ਇੱਧਰ ਨੂੰ ਜਾਂਦੇ ਐਂਥੈਲਪੀ ਵੱਧਦੀ ਆ, ਊਰਜਾ ਵੱਧਦੀ ਹੈ, ਇੱਧਰ ਨੂੰ ਜਾਂਦੇ ਰੇਡੀਅਸ ਵੱਧਦਾ ਹੈ, ਅਰਧ ਵਿਆਸ ਵੱਧਦਾ ਹੈ ਕਿਸੇ ਵੀ ਉਹਦਾ ਐਟਮ ਦਾ। ਹੁਣ ਇਹਦੀ ਲੌਜਿਕ ਤਾਂ ਫਿਰ ਮੈਂ ਤੁਹਾਨੂੰ ਉਹਦੇ ਹੀ ਦੇ ਸਕਦਾ। ਸੋ ਸਭ ਤੋਂ ਪਹਿਲੀ ਗੱਲ, ਜੇ ਇੱਕ ਸੋਡੀਅਮ ਸੀ ਅਤੇ ਇੱਕ ਮੈਗਨੀਸ਼ੀਅਮ ਸੀ, ਤਾਂ ਸੋਡੀਅਮ ਦੀ ਨੈਚੁਰਲ ਜੀ ਗੱਲ ਆ ਸਭ ਤੋਂ ਵੱਧ ਹੋਣੀ ਚਾਹੀਦੀ ਹੈ, ਫਿਰ ਮੈਗਨੀਸ਼ੀਅਮ ਦੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਅਗਲੇ ਨੰਬਰ 'ਤੇ ਆਪਣੇ ਕੋਲ ਆ ਗਿਆ, ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਆਇਰਨ, ਫਿਰ ਆਇਰਨ ਦੀ ਹੋਣੀ ਚਾਹੀਦੀ ਹੈ ਅਤੇ ਫਿਰ ਜ਼ਿੰਕ ਦੀ। ਪਰ ਕਿਸੇ ਟੈਕਨੀਕਲ ਕਾਰਨ ਕਰਕੇ ਜ਼ਿੰਕ ਦੀ ਜ਼ਿਆਦਾ ਹੁੰਦੀ ਆ ਐਜ਼ ਕੰਪੇਅਰ ਟੂ ਆਇਰਨ। ਸੋ ਖੈਰ ਆਇਰਨ ਦੀ ਜ਼ਿਆਦਾ ਆਇਰਨ ਨਾਲੋਂ ਸਭ ਤੋਂ ਘੱਟ ਆਪਣੇ ਕੋਲ ਇਸ ਤੋਂ ਬਾਅਦ ਆਪਣੇ ਕੋਲ ਹੋਣੀ ਚਾਹੀਦੀ ਸੀ ਆਇਰਨ ਦੀ ਅਤੇ ਆਇਰਨ ਤੋਂ ਬਾਅਦ ਜ਼ਿੰਕ। ਪਰ ਜ਼ਿੰਕ ਦੀ ਘੱਟ ਅਤੇ ਆਇਰਨ ਦੀ ਇਸ ਤਰੀਕੇ ਨਾਲ ਜ਼ਿਆਦਾ ਹੁੰਦੀ ਹੈ। ਇਹਦੇ ਪਿੱਛੇ ਕਾਰਨ ਕੀ ਆ? ਇਹਦੇ ਪਿੱਛੇ ਡੀ ਸ਼ੈਲਸ ਦਾ ਰੌਲਾ ਹੈ ਅਤੇ ਇਹ ਆਪਾਂ ਤਕਰੀਬਨ 11ਵੀਂ ਕਲਾਸ 'ਚ ਪੜ੍ਹਦੇ ਹਾਂ। ਖੈਰ ਜੇ ਅਸੀਂ ਇਸ ਤਰੀਕੇ ਨਾਲ ਚੱਲੀਏ ਤਾਂ ਸਭ ਤੋਂ ਵੱਧ ਆਪਣੇ ਕੋਲ ਆ ਗਈ ਸੋਡੀਅਮ ਦੀ, ਸੋਡੀਅਮ ਤੋਂ ਬਾਅਦ ਮੈਗਨੀਸ਼ੀਅਮ, ਮੈਗਨੀਸ਼ੀਅਮ ਤੋਂ ਬਾਅਦ ਆਇਰਨ ਨਹੀਂ ਆਉਣਾ, ਮੈਗਨੀਸ਼ੀਅਮ ਤੋਂ ਬਾਅਦ ਆਊਗਾ ਜ਼ਿੰਕ ਅਤੇ ਜ਼ਿੰਕ ਤੋਂ ਬਾਅਦ ਆਊਗਾ ਆਇਰਨ। ਖੈਰ ਬਹੁਤ ਮੈਨੂੰ ਬਹੁਤ ਔਖੇ ਲੈਵਲ ਦਾ, ਬਿਕੋਜ਼ ਕੈਮਿਸਟਰੀ 'ਚ 9ਵੀਂ ਕਲਾਸ 'ਚ ਨਾ ਆ ਕੇ 11ਵੀਂ ਕਲਾਸ ਦਾ ਸਵਾਲ ਬਣਦਾ ਹੈ ਅਤੇ 11ਵੀਂ 'ਚ ਵੀ ਉਹਨਾਂ ਬੰਦਿਆਂ ਨੂੰ ਆ ਸਕਦਾ ਹੈ ਜਿਨ੍ਹਾਂ ਨੇ ਇਲੈਕਟ੍ਰੋਨਸ ਦੀ ਕਨਫੀਗਰੇਸ਼ਨ 2 8 18 ਨਹੀਂ 1s2s2 ਵੀ ਪੜ੍ਹੀ ਹੋਈ ਹੈ। ਸੋ ਉਹ ਮੇਰੀ ਗੱਲ ਨੂੰ ਸਮਝ ਵੀ ਗਏ ਹੋਣਗੇ। ਖੈਰ ਨੈਕਸਟ ਆਹ ਸਵਾਲ ਤੁਸੀਂ ਆਪ ਕਰਕੇ ਆਓਗੇ ਯਾਰ, ਇਹਦਾ ਬੜਾ ਸੌਖਾ ਹੈ ਕਿ ਰਾਜਸਥਾਨ 'ਚੋਂ ਬਰਾਦਰੀ ਬੜੀ ਖਬਰਾਂ 'ਚ ਵੀ ਰਹਿੰਦੀ ਹੈ, ਉਸ ਬਰਾਦਰੀ ਨਾਲ ਸੰਬੰਧਿਤ ਕੁਛ ਲੋਕ ਬਹੁਤ ਨਿਊਜ਼ 'ਚ ਵੀ ਨੇ ਜਿਹੜੀ ਕਿ ਜੰਗਲਾਂ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਵਾਸਤੇ ਵਚਨਬੱਧ ਆ ਅਤੇ ਇਸ ਬਰਾਦਰੀ ਦਾ ਇੱਕ ਹਿੱਸਾ ਪੰਜਾਬ ਨਾਲ ਵੀ ਐਸੋਸੀਏਟਡ ਆ, ਪੰਜਾਬ ਦੇ ਇੱਕ ਪਰਟੀਕੂਲਰ ਜ਼ਿਲ੍ਹੇ ਨਾਲ। ਸੋ ਉਮੀਦ ਕਰਦਾ ਕਿ ਤੁਸੀਂ ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਜ਼ਰੂਰ ਦਿਓਗੇ। ਠੀਕ ਆ, ਸੋ ਇਹ ਤੁਹਾਡੇ ਵਾਸਤੇ ਕੋਸ਼ਿਸ਼ ਸੀ ਮੇਰੀ ਕਿ ਅੱਜ ਦਾ ਕੰਟੈਂਟ ਸੀਗਾ ਤੁਹਾਡੇ ਲਈ। ਇਸ ਤੋਂ ਬਾਅਦ 121 ਤੋਂ ਲੈ ਕੇ ਅਗਲੇ ਸਵਾਲ ਜਿਹੜੇ ਆ ਤੁਹਾਨੂੰ ਪਤਾ ਹੀ ਕਿ 121 ਤੋਂ ਲੈ ਕੇ ਜਿਹੜੇ ਨੈਕਸਟ ਕੁਐਸਚਨਸ ਨੇ ਉਹ ਸਾਡੇ ਮੈਥ ਨਾਲ ਸੰਬੰਧਿਤ ਨੇ ਅਤੇ ਮੈਥ ਨਾਲ ਸੰਬੰਧਿਤ ਸਵਾਲ ਵੀ ਅਸੀਂ ਕਰਾਂਗੇ। ਬਟ ਫਿਲਹਾਲ ਇਹ ਸਿਰਫ ਸਾਇੰਸ ਨਾਲ ਸੰਬੰਧਿਤ ਸਵਾਲਾਂ ਦੀ ਵੀਡੀਓ ਸੀ। ਉਮੀਦ ਆ ਕਿ ਜੇ ਤੁਹਾਡੇ ਤੱਕ ਇਹ ਕੰਟੈਂਟ ਪਹੁੰਚਿਆ ਤੁਸੀਂ ਬਾਕੀਆਂ ਨੂੰ ਜ਼ਰੂਰ ਦੱਸੋਗੇ। ਅਤੇ ਇੱਕ ਬਹੁਤ ਵੱਡੀ ਕੋਸ਼ਿਸ਼ ਆ ਸਾਡੀ ਕਿ ਪੰਜਾਬੀ ਮੀਡੀਅਮ 'ਚ ਜਾਂ ਪੰਜਾਬੀ ਬੋਲ ਕੇ ਸਧਾਰਨ ਭਾਸ਼ਾ 'ਚ, ਜਿੱਥੇ ਸਾਇੰਸ ਵਰਗੇ PS ਟੈਟ ਦੇ ਸਾਇੰਸ ਦੇ ਪੇਪਰ ਨੂੰ ਬੱਚਿਆਂ ਨੂੰ ਰੱਟਾ ਮਾਰਨ ਲਈ ਕਹਿ ਦਿੱਤਾ ਜਾਂਦਾ ਹੈ, ਉਸ ਰੱਟੇ ਤੋਂ ਬੱਚਿਆਂ ਨੂੰ ਬਚਾ ਕੇ ਸਹੀ ਡਾਇਰੈਕਸ਼ਨ ਦੇ ਵਿੱਚ PS ਟੈਟ ਦੀ ਸਾਇੰਸ ਦੀ ਤਿਆਰੀ ਕਰਵਾਈ ਜਾਵੇ। ਸਾਡੇ ਨਾਲ ਜੁੜਨ ਤੋਂ ਪਹਿਲਾਂ ਬਸ ਇਹ ਆ ਕਿ ਅਸੀਂ 2023 ਦੇ ਪੇਪਰ ਨੂੰ ਆਧਾਰ ਮੰਨ ਕੇ, ਉਹਦੇ ਲੈਵਲ ਨੂੰ ਆਧਾਰ ਮੰਨ ਕੇ ਤੁਹਾਨੂੰ ਤਿਆਰੀ ਕਰਾਵਾਂਗੇ। ਪੇਪਰ ਵਾਕਈ ਔਖਾ ਸੀਗਾ ਪੁਰਾਣੇ ਪੇਪਰਾਂ ਦੇ ਤਜਰਬੇ ਨਾਲ ਦੇਖਿਆ ਜਾਵੇ ਤਾਂ। ਅੱਜ ਵਾਸਤੇ ਇੰਨਾ ਹੀ ਬਹੁਤ ਆ। ਧੰਨਵਾਦ।